ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ। ਪ੍ਰੋਫੈਸਰ ਸੇਖੋਂ ਪੋਲੀਟੀਕਲ ਸਾਇੰਸ ਨੂੰ ਬਹੁਤ ਚੰਗੇ ਤਰ੍ਹਾਂ ਸਮਝਦੇ ਆ, ਹਿਸਟਰੀ ਦੇ ਵਿੱਚੋਂ ਦੀ ਲੰਘਦੇ ਰਹਿੰਦੇ ਆ ਔਰ ਜਿਹੜੀਆਂ ਸਟੀਕ ਭਵਿੱਖਬਾਣੀਆਂ ਇਹ ਕਰਦੇ ਨੇ। ਪੰਜਾਬ ਦਾ ਦ੍ਰਿਸ਼ ਬੜਾ ਅਜੀਬ ਕਿਸਮ ਦਾ ਸਿਆਸੀ ਨਜ਼ਰੀਏ ਤੋਂ। ਅੱਜ ਕੇਜਰੀਵਾਲ ਸਾਹਿਬ ਸੀ ਵੋਟਰ ਦੇ ਸਰਵੇ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਦੌਰੇ ਤੇ ਨੇ। 2 ਦਿਨਾਂ ਦਾ ਦੌਰਾ ਹੈ। ਉਹਨਾਂ ਦੇ ਦੌਰੇ 'ਚ ਕੁਝ ਗੁਪਤ ਗੱਲਾਂ ਵੀ ਨੇ, ਲੇਕਿਨ ਕੁਝ ਇੱਕ ਜ਼ਾਹਰਾ ਤੌਰ ਤੇ ਉਹਨਾਂ ਨੇ ਕੀਤੀਆਂ ਨੇ। ਦੂਜੇ ਬੰਨੇ ਸੁਖਬੀਰ ਸਿੰਘ ਬਾਦਲ ਕਿਸਾਨੀ ਰੋਕਾਂ ਦੇ ਬਾਵਜੂਦ ਆਪਣੀ ਜਿਹੜੀ ਮੁਹਿੰਮ ਆ ਉਹਨੂੰ ਅੱਗੇ ਵਧਾ ਰਹੇ ਆ। ਹਾਲਾਂਕਿ 100 ਹਲਕਾ 100 ਦਿਨ ਉਹਨਾਂ ਨੇ ਬੰਦ ਕਰਤਾ ਪ੍ਰੋਗਰਾਮ, ਲੇਕਿਨ ਹਰ ਦਿਨ ਉਹ ਹਰੇਕ ਹਲਕੇ 'ਚ ਇੱਕ ਦਿਨ ਜਾ ਰਹੇ ਆ। ਦੂਜਾ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਖਾਮੋਸ਼ੀ ਧਾਰਨ ਕਰ ਗਿਆ, ਲੇਕਿਨ ਜਿਹੜਾ ਸੀ ਸਰਵੇ ਦਾ ਵੋਟਰ ਹੈ, ਸੀ ਵੋਟਰ ਦਾ ਸਰਵੇ ਹੈ ਜਿਹੜਾ, ਮਾਫੀ ਚਾਹੁੰਦਾ ਹੈ, ਉਹ ਸਾਫ਼ ਲਫ਼ਜ਼ਾਂ 'ਚ ਕਹਿ ਰਿਹਾ ਸੀ ਕਿ ਆਮ ਆਦਮੀ ਪਾਰਟੀ ਨੰਬਰ 1 ਤੇ ਹੈ। ਪ੍ਰੋਫੈਸਰ ਸਾਹਿਬ, ਇਹ ਅਹਿਮ ਸਵਾਲ ਆ, ਲੇਕਿਨ ਕੱਲ ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਉਹਨਾਂ ਦੇ ਫਾਊਂਡਰ ਯਸ਼ਵੰਤ ਦੇਸ਼ਮੁਖ ਲਿਖਦੇ ਆ ਕਿ ਚੰਨੀ ਦੇ ਆਉਣ ਨਾਲ, ਮੁੱਖ ਮੰਤਰੀ ਇੱਕ ਅਨੁਸੂਚਿਤ ਜਾਤੀਆਂ ਦੇ ਵਿੱਚੋਂ ਆਉਣ ਨਾਲ ਬਹੁਤ ਸਾਰਾ ਫਾਇਦਾ ਕਾਂਗਰਸ ਨੂੰ ਹੋਇਆ ਔਰ ਐਸੀ ਮੂਵ ਹੈ ਜਿਹੜੀ ਬਹੁਤ ਫਾਇਦਾ ਕਰ ਰਹੀ ਹੈ। ਦੂਜੇ ਬੰਨੇ ਉਹ ਹੰਗ ਅਸੈਂਬਲੀ ਵੀ ਕਹਿ ਰਿਹਾ ਔਰ ਅਣਕਿਆਸੇ ਹਾਲਾਤ ਬਣਨ ਦੀ ਗੱਲ ਵੀ ਕਰ ਰਿਹਾ। ਹੁਣ ਸਵਾਲ ਇਹ ਹੈ ਕਿ ਸੀ ਵੋਟਰ ਸਰਵੇ ਇੱਕ ਪਾਸੇ ਪੰਜਾਬ ਦੀ ਸਥਿਤੀ ਨੂੰ ਸਾਫ਼ ਲਫ਼ਜ਼ਾਂ 'ਚ ਕਹਿ ਰਿਹਾ ਕਿ ਅਕਾਲੀ ਦਲ ਤੀਜੇ ਤੇ ਔਰ ਆਮ ਆਦਮੀ 1 ਨੰਬਰ ਤੇ ਹੈ, ਲੇਕਿਨ ਦੂਜੇ ਬੰਨੇ ਉਹਨਾਂ ਦਾ ਪ੍ਰਮੁੱਖ ਵਿਅਕਤੀ ਇਹ ਕਹਿ ਰਿਹਾ ਕਿ ਇਹ ਹਾਲਾਤ ਬੜੇ ਹੀ ਅਣਕਿਆਸੇ ਹੋ ਸਕਦੇ ਆ, ਨਤੀਜੇ ਕੁਝ ਵੀ ਹੋ ਸਕਦੇ ਆ। ਸੋ ਮੈਨੂੰ ਹੁਣ ਖੋਲ ਕੇ ਸਥਿਤੀ ਸਮਝਾਇਓ। ਤੁਹਾਡੇ 2 ਲੇਖ ਪੰਜਾਬੀ ਦੀਆਂ 2 ਵੱਡੀਆਂ ਅਖਬਾਰਾਂ ਦੇ ਵਿੱਚ ਹਫ਼ਤੇ ਦੇ ਅੰਤਰਾਲ ਦੇ ਵਿੱਚ ਹੀ ਬਹੁਤ ਸ਼ਾਨਦਾਰ ਤਰੀਕੇ ਨਾਲ ਤੁਸੀਂ ਐਨਾਲਿਸਿਸ ਕੀਤਾ ਸੀ। ਤੁਹਾਡੇ ਨਜ਼ਰੀਓਂ ਸੀ ਵੋਟਰ ਦਾ ਸਰਵੇ, ਉਹਦਾ ਦੇਸ਼ਮੁਖ ਦਾ ਆਪਣਾ ਨਜ਼ਰੀਆ, ਕੇਜਰੀਵਾਲ ਦਾ ਪੰਜਾਬ ਆਉਣਾ, ਇਹਨੂੰ ਸਾਰੀਆਂ ਚੀਜ਼ਾਂ ਨੂੰ ਕਿਵੇਂ ਇਕੱਠਿਆਂ ਕਰਦੇ ਹੋ ਤੇ ਕਿਸ ਤਰੀਕੇ ਨਾਲ ਸਮਝਾਉਂਦੇ ਹੋ ਜੀ? ਬਹੁਤ ਸ਼ੁਕਰੀਆ ਰੰਧਾਵਾ ਸਾਹਿਬ। ਤੁਸੀਂ ਇੱਕ ਹੀ ਸਮੇਂ ਤੇ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਚੁੱਕ ਦਿੱਤੇ ਆ ਤੇ ਉਹਨਾਂ ਦਾ ਆਪਾਂ ਇੱਕ ਇੱਕ ਕਰਕੇ ਉਹਨਾਂ ਨੂੰ ਦੇਖਦੇ ਆ। ਆਪਾਂ ਸ਼ੁਰੂ ਕਰਦੇ ਆ ਕਿ ਜਿਹੜਾ ਸੀ ਵੋਟਰ ਦਾ ਸਰਵੇ ਜਿਹੜਾ ਪਿਛਲੇ ਕੋਈ ਤਕਰੀਬਨ ਮਹੀਨਾ ਪਹਿਲਾਂ ਇਹ ਆਇਆ ਸੀ, ਉਹਦੇ ਵਿੱਚ ਕਿ ਸੀ ਵੋਟਰ ਇੱਕ ਏਜੰਸੀ ਆ ਔਰ ਅੱਜ ਕੱਲ੍ਹ ਇਹ ਕਾਫੀ ਵੱਡਾ ਵਪਾਰ ਵੀ ਬਣ ਗਿਆ ਮੇਰੇ ਖਿਆਲ ਤੇ, ਕਿਉਂਕਿ ਮੀਡੀਆ ਹਾਊਸ ਇਹਨਾਂ ਨੂੰ ਫਾਈਨਾਂਸ ਵੀ ਕਰਦੇ ਆ ਜਾਂ ਹੋਰ ਬਹੁਤ ਸਾਰੇ ਕਾਰਨ ਹੁੰਦੇ ਆ। ਜਾਂ ਇਹ ਵੀ ਗੱਲ ਹੁੰਦੀ ਆ ਕਿ ਜੇ ਉਹਨਾਂ ਦਾ ਕੋਈ ਰਿਸਰਚ ਵਿੰਗ ਹੈਗਾ ਤੇ ਉਹ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਇਲੈਕਸ਼ਨ ਹੋਣ ਤੋਂ ਪਹਿਲਾਂ, ਕਿਉਂਕਿ ਅੱਜ ਕੱਲ੍ਹ ਇਲੈਕਸ਼ਨ ਜਿਹੜੀਆਂ ਹੈਗੀਆਂ ਵਾ ਨਾ ਉਹ ਬਹੁਤ ਹੀ ਜ਼ਿਆਦਾ ਜਿਹੜੀਆਂ ਕਹਿੰਦੇ ਹੁੰਦੇ ਆ ਨਾ, ਉਹ ਭੇਡ ਬਣ ਗਿਆ, ਜਿਹੜਾ ਹੁੰਦਾ ਨਾ ਸਾਨਾਂ ਦੇ ਭੇਡ ਵਾਲੀ ਗੱਲ ਬਣ ਗਈ। ਇਲੈਕਸ਼ਨਸ ਨਹੀਂ ਰਹੀਆਂ ਉਹਦੇ ਵਿੱਚੋਂ ਤੇ ਇਸ ਕਰਕੇ ਇਹ ਜਿਹੜਾ ਇਸ ਕਿਸਮ ਦੇ ਜਿਹੜੇ ਖਾਸ ਕਰਕੇ ਸਰਵੇ ਹੁੰਦੇ ਆ ਉਹ ਕੀਤੇ ਜਾਂਦੇ ਆ। ਮੈਂ ਇਹ ਸਰਵੇ ਨੂੰ ਨਾ ਤਾਂ ਪੂਰੀ ਤਰ੍ਹਾਂ ਰਿਜੈਕਟ ਹੀ ਕਰਦਾ ਵਾਂ ਤੇ ਨਾ ਹੀ ਇਹਨੂੰ ਇਸ ਵੇਲੇ ਇਹਦੀ ਕੋਈ ਜਿਹੜੀ ਅਥੈਂਟਿਸਿਟੀ ਹੈਗੀ ਆ ਉਹਦੇ ਉੱਤੇ ਕਿਸੇ ਕਿਸਮ ਦੀ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਮੋਹਰ ਲਾਉਣੀ ਚਾਹੀਦੀ ਆ। ਇਹ ਤਾਂ ਇਹ ਚੀਜ਼ ਵੋਟਰ ਸਰਵੇ ਦੇ ਵਿੱਚ ਉਹਨਾਂ ਨੇ ਮੈਥੋਡੋਲੋਜੀ ਕਲੀਅਰ ਕੀਤੀ ਹੁੰਦੀ। ਇਹ ਗੱਲ ਮੈਂ ਮੇਰੀ ਥੋੜੇ ਦਿਨ ਪਹਿਲਾਂ ਇੱਕ ਜਿਹੜਾ ਹੈਗਾ ਸੀ ਨਿਊਜ਼ ਕਲਿੱਕ ਦੇ ਉੱਤੇ ਪ੍ਰੋਫੈਸਰ ਗੁਹਾ ਸਾਹਿਬ ਨਾਲ ਇੱਕ ਲੰਬੀ ਵਾਰਤਾ ਹੋਈ ਸੀਗੀ, ਉਹਦੇ ਉੱਤੇ ਵੀ ਇਹ ਗੱਲ ਉਹਨਾਂ ਨੇ ਸਵਾਲ ਕੀਤਾ ਸੀਗਾ, ਮੈਂ ਜਵਾਬ ਦਿੱਤਾ ਸੀਗਾ। ਜੇ ਤਾਂ ਸੀ ਵੋਟਰ ਵਾਲੇ ਸਾਨੂੰ ਇਹ ਦੱਸਦੇ ਹਨ ਕਿ ਸਾਡੀ ਆਹ ਮੈਥੋਡੋਲੋਜੀ ਹੈਗੀ ਆ, ਇੰਨਾ ਸਾਡਾ ਉਹਦੇ ਵਿੱਚ ਸੈਂਪਲ ਸੀਗਾ ਔਰ ਉਹ ਸੈਂਪਲ ਦੇ ਵਿੱਚ ਜਿਹੜਾ ਸਾਡਾ ਡੈਮੋਗ੍ਰਾਫਿਕ ਸਟਰਕਚਰ ਹੈਗਾ, ਜਿਹੜੀ ਆਬਾਦੀ ਹੈਗੀ ਆ, ਉਹਦੇ ਵਿੱਚ ਜਿਹੜੇ ਧਿਰਾਂ ਜਿਹੜੀਆਂ ਹੈਗੀਆਂ ਸੀ ਇੰਨੇ % ਉਹ ਚੀਜ਼। ਫਾਰ ਐਗਜ਼ਾਮਪਲ ਔਰਤਾਂ ਦੀ ਗਿਣਤੀ ਕਿੰਨੀ ਸੀ, ਮਰਦਾਂ ਦੀ ਕਿੰਨੀ ਸੀਗੀ, ਤੁਸੀਂ ਦਲਿਤਾਂ ਦੀ ਗੱਲ ਕੀਤੀ ਉਹਨਾਂ ਦੀ ਕਿੰਨੀ ਸੀਗੀ, ਅਪਰ ਕਾਸਟ ਦੀ ਕਿੰਨੀ ਸੀ, ਮਿਡਲ ਕਾਸਟ ਦੀ ਕਿੰਨੀ ਸੀ, ਸ਼ਹਿਰੀ ਕਿੰਨੇ ਸੀਗੇ, ਪੇਂਡੂ ਕਿੰਨੇ ਸੀਗੇ, ਅਨਪੜ੍ਹ ਕਿੰਨੇ ਸੀ, ਉਹ ਸਾਰਾ ਕੁਝ ਹੋਵੇ ਫਿਰ ਤਾਂ ਕੋਈ ਨਾ ਕੋਈ ਅੰਦਾਜ਼ਾ ਲਾਇਆ ਜਾ ਸਕਦਾ। ਹਾਂ, ਇਹ ਗੱਲ ਠੀਕ ਆ ਕਿ ਇਹੋ ਜਿਹੇ ਸਰਵੇ ਉਸ ਸਮੇਂ ਜਦੋਂ ਕੀਤੇ ਜਾਂਦੇ ਆ ਜਿਹੜਾ ਹੈਗਾ ਵਾ ਲੋਕਾਂ ਦੀ ਜਿਹੜੀ ਅੰਦਰ ਵਾਲੀ ਗੱਲ ਹੁੰਦੀ ਆ ਉਹਨੂੰ ਦੱਸਦੇ ਆ, ਪਰ ਕਿਉਂਕਿ ਅਜੇ ਲੋਕੀ ਬਿਲਕੁਲ ਸ਼ਾਂਤ ਬੈਠੇ ਆ, ਅਜੇ ਕੋਈ ਲੋਕਾਂ ਨੇ ਉਸ ਕਿਸਮ ਦਾ ਮਨ ਜਿਹੜਾ ਕਿਹਾ ਜਾਵੇ ਕਿ ਨਹੀਂ ਬਣਾਇਆ, ਕਿਉਂਕਿ ਵੋਟਾਂ ਵਾਲੇ ਪਾਸੇ ਉਹਨਾਂ ਦਾ ਧਿਆਨ ਨਹੀਂ ਹੈ। ਪੰਜਾਬ ਦੀ ਸਾਰੀ ਜਿਹੜੀ ਲੁਕਾਈ ਹੈਗੀ ਆ ਜਾਂ ਪੰਜਾਬ ਦੇ ਲੋਕ ਜਿਹੜੇ ਹੈਗੇ ਆ, ਉਹ ਆਪਾਂ ਸਭ ਨੂੰ ਪਤਾ ਵੀ ਇਸ ਵੇਲੇ ਕਿਸਾਨੀ ਮੁੱਦਾ, ਕਿਸਾਨੀ ਸੰਘਰਸ਼ ਜਿਹੜਾ ਹੈਗਾ ਵਾ ਉਹ ਉਹਦੇ ਵਿੱਚ ਉਲਝਿਆ ਪਿਆ ਵਾ ਤੇ ਉਹਦੇ ਨਾਲ ਹੀ ਜੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਥਲ-ਪੁਥਲ ਹੋ ਰਹੀ ਵੇਲੇ ਸਮੇਂ ਦੇ ਵਿੱਚ ਕਿ ਅਮਰਿੰਦਰ ਸਿੰਘ ਹੁਣਾਂ ਨੂੰ ਗੱਦੀ ਤੋਂ ਲਾ ਕੇ ਜਿਸ ਤਰੀਕੇ ਨਾਲ ਉਹਨਾਂ ਦਾ ਤਖਤਾ ਪਲਟਿਆ ਗਿਆ ਵਾ ਔਰ ਜਿਸ ਤਰੀਕੇ ਦੇ ਨਾਲ ਇਹ ਸਾਰੇ ਸਮੀਕਰਨ ਬਣੇ ਆ ਕਿ ਇਹ ਇੱਕ ਕਿਸਮ ਦਾ ਮੈਨੂੰ ਲੱਗਦਾ ਕਿ ਹੁਣ ਪੰਜਾਬ ਦੀ ਰਾਜਨੀਤੀ ਵੀ ਤੇ ਪੰਜਾਬ ਦੇ ਵਿੱਚ ਸਾਰਾ 2020 ਦਾ ਮੈਚ ਹੋ ਗਿਆ ਕਿ ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਕਿੰਨੇ ਜਿਹੜਾ ਹੈਗਾ ਕਿ ਲਾਸਟ ਬਾਲ ਦੇ ਉੱਤੇ ਉਹ ਜਿਹੜੀ ਹੈਗੀ ਆ ਗੇਮ ਕਿਹਦੇ ਪਾਲੇ ਚੱਲ ਜਾਣੀ। ਇੱਦਾਂ ਹੀ ਮੇਰੇ ਖਿਆਲ ਆ ਜਿਹੜਾ ਜਦੋਂ ਚੰਨੀ ਸਾਹਿਬ ਚੀਫ ਮਿਨਿਸਟਰ ਬਣੇ ਆ ਇਹ ਸਾਰਾ ਵਰਤਾਰਾ ਉਸ ਸਮੇਂ ਦੇ ਵਿੱਚ ਹੋਇਆ।
ਸੋ ਇਹ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਇੱਕ ਗੱਲ ਤਾਂ ਬਹੁਤ ਪੱਕੀ ਆ, ਇਹ ਆਪਾਂ ਪਹਿਲੇ ਵੀ ਇੱਕ ਵਾਰੀ ਕੀਤੀ ਆ, ਕਿ ਲੋਕੀ ਬਹੁਤ ਕਲੀਅਰ ਹੈ। ਕਿਸਾਨੀ ਸੰਘਰਸ਼ ਨੇ, ਮੈਂ ਬਾਰ-ਬਾਰ ਇਹ ਗੱਲ ਹਰ ਥਾਂ ਦੇ ਉੱਤੇ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਕਹਿਣਾ, ਕਿਸਾਨੀ ਸੰਘਰਸ਼ ਨੇ ਨਾ ਕੇਵਲ ਪੰਜਾਬ ਦੇ ਵਿੱਚ ਬਲਕਿ ਨਾਰਥ ਵੈਸਟ ਇੰਡੀਆ ਦੇ ਵਿੱਚ, ਨਾਰਥ ਇੰਡੀਆ ਦੇ ਵਿੱਚ ਆਮ ਲੋਕਾਂ ਦੇ ਵਿੱਚ ਬਹੁਤ ਵੱਡੀ ਚੇਤਨਤਾ ਜਿਹੜੀ ਹੈਗੀ, ਰਾਜਨੀਤਿਕ ਚੇਤਨਤਾ ਜਿਹੜੀ ਉਹ ਲਿਆਂਦੀ ਹੈ। ਔਰ ਰਾਜਨੀਤਿਕ ਚੇਤਨਤਾ ਦਾ ਇਹੀ ਕਾਰਨ ਹੈਗਾ ਕਿ ਇਸ ਕਰਕੇ ਉਹ ਪੋਲੀਟੀਕਲ ਲੀਡਰਾਂ ਨੂੰ, ਚਾਹੇ ਉਹ ਅਕਾਲੀ ਹੋਣ, ਕਾਂਗਰਸ ਵਾਲੇ ਹੋਣ, ਆਪ ਵਾਲੇ ਵੀ ਹੋਣ, ਉਹਨਾਂ ਨੂੰ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਖੜੇ ਕਰਦੇ ਆ। ਔਰ ਇਹ ਸਾਰੇ ਪ੍ਰੋਸੈਸ ਦੇ ਵਿੱਚ ਮੈਨੂੰ ਇਹ ਲੱਗਦਾ, ਜੇ ਮੈਂ ਇਸ ਗੱਲ ਤੇ ਮੈਂ ਕਹਿਣ 'ਚ ਕੋਈ ਹਰਜ ਨਹੀਂ ਗਾ, ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ, ਕਿਉਂਕਿ ਆਪ ਦਾ ਰਜੀਮ ਉਹਨਾਂ ਦੇਖਿਆ ਨਹੀਂ ਗਾ। ਅਕਾਲੀ ਦਲ ਦਾ 10 ਸਾਲ ਰਿਹਾ ਸੀ, ਉਹ ਤੋਂ ਪਹਿਲਾਂ ਅਕਾਲੀਆਂ ਦਾ ਰਿਹਾ ਸੀਗਾ, ਉਹ ਤੋਂ ਪਹਿਲਾਂ ਫਿਰ ਜਿਹੜਾ ਸੀ ਕਾਂਗਰਸ ਸੀਗਾ, ਅਕਾਲੀ ਕਾਂਗਰਸ ਚੱਲਦੀ ਰਹੀ, ਤੇ ਲੋਕਾਂ ਦੇ ਮਨ ਕਿਤੇ ਨਾ ਕਿਤੇ ਅਚੇਤ ਮਨ ਦੇ ਵਿੱਚ ਆਪ ਬਾਰੇ ਕੋਈ ਨਾ ਕੋਈ ਜਿਹੜਾ ਹੁੰਦਾ ਥੋੜਾ ਬਹੁਤਾ ਸੌਫਟ ਕਾਰਨਰ ਹੈਗੀ ਆ। ਪਰ ਆਪ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਆ ਕਿ ਆਪ ਦੇ ਵਿੱਚ ਅਗਲੇ ਪਾਸੇ ਕੋਈ ਧਿਰ ਨਹੀਂ ਹੈ, ਆਪ ਕੋਈ ਪਾਰਟੀ ਨਹੀਂ ਹੈ, ਆਪ ਦੇ ਵਿੱਚ ਕੋਈ ਲੀਡਰ ਨਹੀਂ ਹੈ, ਆਪ ਦੇ ਵਿੱਚ ਕਿਸ ਨੂੰ ਧਿਰ ਬਣਾਉਣ। ਕਿਉਂਕਿ ਲੋਕੀ ਇਹ ਚਾਹੁੰਦੇ ਆ, ਜਦੋਂ ਵੀ ਵੋਟਾਂ ਦੀ ਗੱਲ ਆਉਂਦੀ ਆ, ਜਦੋਂ ਵੀ ਲੋਕੀ ਵੋਟ ਪਾਉਣ ਜਾਂਦੇ ਆ, ਉਹਦੇ ਵਿੱਚ ਸਭ ਤੋਂ ਪਹਿਲਾਂ ਪਾਰਟੀ ਦੇਖੀ ਜਾਂਦੀ ਹੈ, ਭਾਈ ਪਾਰਟੀ ਕਿਹੜੀ। ਆਮ ਆਦਮੀ ਪਾਰਟੀ ਨੂੰ ਜੇ ਤੁਸੀਂ ਪਾਰਟੀ ਗਿਣਦੇ ਹੋ ਤਾਂ ਮੈਨੂੰ ਲੱਗਦਾ ਵੀ ਉਹਦੇ ਲਈ ਸਾਨੂੰ ਦੁਬਾਰਾ ਸੋਚਣਾ ਪਊਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਜਿਹੜਾ ਸਾਰਾ ਸਿਸਟਮ ਆ, ਕਿੱਥੇ ਉਹਨਾਂ ਦੀ ਪਾਰਟੀ ਹੁੰਦੀ ਹੈ ਜਿਹੜੀ ਗਰਾਊਂਡ ਲੈਵਲ ਤੋਂ ਤੁਹਾਡੀਆਂ ਇਲੈਕਸ਼ਨਸ ਹੋਣ, ਪੰਚਾਇਤ ਪਿੰਡ ਦੇ ਲੈਵਲ ਤੋਂ ਹੋਣ, ਫਿਰ ਬਲਾਕ ਤੋਂ ਹੋਣ, ਜ਼ਿਲ੍ਹੇ ਤੋਂ ਹੋਣ, ਇਸ ਤਰੀਕੇ ਨਾਲ ਹੋਣ, ਉਹਦੇ ਵਿੱਚ ਚੁਣਿਆ ਜਾਵੇ। ਪਰ ਆਮ ਆਦਮੀ ਪਾਰਟੀ 'ਚ ਆਪਾਂ ਦੇਖਦੇ ਹਾਂ ਵੀ ਸਾਰਾ ਕੁਝ ਅਡਹੌਕ ਹੈ। ਸਿਰਫ ਕਨਵੀਨਰ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ, ਕੇਜਰੀਵਾਲ ਸਾਹਿਬ, ਉਹੀ 5 ਸਾਲ ਲਈ ਬਣੇ ਜਾਂਦੇ ਆ, ਤੇ ਬਾਕੀ ਸਾਰਾ ਕੁਝ ਅਡਹੌਕ ਹੈ। ਮਾਨ ਸਾਹਿਬ ਵੀ ਹੋ ਸਕਦੇ ਆ, ਹੋਰ ਵੀ ਹੋ ਸਕਦੇ ਆ। ਤਾਂ ਉਹ ਸਾਰਾ ਡਿਸਐਰੇ ਦੇ ਵਿੱਚ ਲੋਕੀ ਚਾਹੁੰਦੇ ਤਾਂ ਜ਼ਰੂਰ ਆ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਹੋ ਸਕਦਾ ਹੈ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਹੈ, ਖਾਸ ਕਰਕੇ ਉਹ ਚਾਹੇ ਅਕਾਲੀ ਦਲ ਹੈਗੀ ਆ, ਚਾਹੇ ਕਾਂਗਰਸ ਪਾਰਟੀ ਹੈਗੀ ਆ, ਇਹਨਾਂ ਦੇ ਵਿੱਚ ਬਹੁਤ ਵੱਡੇ ਤੌਰ ਤੇ ਅਸੀਂ ਫਰਕ ਨਹੀਂ ਦਿਸਦਾ ਸਾਨੂੰ, ਕਿਉਂਕਿ ਇਹ ਸਾਰੀਆਂ ਧਿਰਾਂ ਲੰਮੇ ਸਮੇਂ ਤੋਂ ਜਿਹੜਾ ਨਾ ਪਿਤਾ ਪੁਰਖੀ ਜਿਹੜਾ ਨਾ ਇਹਨਾਂ ਦਾ ਸਾਰਾ ਕਾਰੋਬਾਰ ਚੱਲੀ ਆਉਂਦਾ ਵਾ। ਔਰ ਉਹ ਪਿਤਾ ਪੁਰਖੀ ਕਾਰੋਬਾਰ ਦਾ ਜਿਹੜਾ ਕਲੇਮ ਹੈ ਨਾ, ਇਸ ਵੇਲੇ ਮੇਰੇ ਖਿਆਲ ਲੋਕਾਂ ਨੂੰ ਜਦੋਂ ਇਹ ਗੱਲ ਕਹਿੰਦੇ ਕਿ ਮੇਰਾ ਦਾਦਾ ਪੜਦਾਦਾ ਸੀ, ਉਹ ਲੋਕਾਂ ਨੂੰ ਸੂਲਾ ਵਾਂਗੂ ਚੁਭਦਾ। ਇੱਕ ਪ੍ਰੋਫੈਸਰ ਸਾਹਿਬ, ਇੱਕ ਸਵਾਲ ਇੱਥੇ ਖੜਾ ਹੁੰਦਾ ਹੈ, ਮੈਂ ਇਹਦੀ ਤਹਿ ਤੱਕ ਜਾਣ ਦਾ ਯਤਨ ਕੀਤਾ। ਜਦੋਂ ਆਮ ਆਦਮੀ ਪਾਰਟੀ ਨੂੰ ਐਡਵਾਂਟੇਜ ਮਿਲਦਾ ਦਿਸਦਾ ਹੈ, ਤੇ ਉਹਦੀ ਇੱਕ ਸ਼ਾਇਦ ਧਰਾਤਲ ਇਹ ਵੀ ਹੈ ਕਿ ਜਦੋਂ ਸਰਵੇ ਨਾਲ ਸੰਬੰਧਿਤ ਕੋਈ ਵੀ ਜਿਹੜੇ ਕੁਐਸਚਨੀਅਰ ਹੈ, ਕੋਈ ਸਵਾਲ ਪੁੱਛੇ ਜਾਂਦੇ ਆ, ਤੇ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਹਨੂੰ ਵੋਟ ਪਾਓਗੇ, ਤੇ ਲੋਕ ਸੁਚੇਤ ਤੌਰ ਤੇ ਅਚੇਤ ਤੌਰ ਤੇ ਕਹਿੰਦੇ ਆ ਕਿ ਨਹੀਂ ਇਹ ਤਾਂ ਕੁਛ ਨਹੀਂ ਜੀ। ਉਹ ਕਾਂਗਰਸ ਵੱਲੋਂ ਵੀ ਕਹਿੰਦੇ ਜੀ ਐਵੇਂ ਹੀ ਆ ਜੀ, ਅਕਾਲੀ ਦਲ ਵੱਲੋਂ ਕਹਿੰਦੇ ਨਹੀਂ ਜੀ ਬਹੁਤੀ ਤਸੱਲੀ ਨਹੀਂ, ਫਿਰ ਉਹ ਕਹਿੰਦੇ ਜੀ ਨਹੀਂ ਕੋਈ ਬਦਲ ਹੋਣਾ ਚਾਹੀਦਾ ਜੀ, ਕੋਈ ਹੋਰ ਆਉਣੇ ਚਾਹੀਦੇ ਜੀ। ਇਹ ਸਵਾਲ ਪੰਜਾਬ ਦੀ ਸਿਆਸੀ ਫਿਜ਼ਾ 'ਚ ਤੈਰਦਾ ਰਹਿੰਦਾ। ਤੁਹਾਨੂੰ ਲੱਗਦਾ ਹੈ ਕਿ ਜਿਹੜੇ ਸਰਵੇਕਾਰ ਨੇ ਜਾਂ ਉਹਨਾਂ ਦੇ ਅੱਗੇ ਜਿੰਨੇ ਕਰਿੰਦੇ ਨੇ, ਉਹ ਇਸ ਚੀਜ਼ ਨੂੰ ਕਿਸੇ ਤੀਜੀ ਧਿਰ ਆਮ ਆਦਮੀ ਪਾਰਟੀ ਨਾਲ ਜੋੜ ਕੇ ਵੇਖ ਲੈਂਦੇ ਆ? ਸਰਵੇ ਦੇ ਨਤੀਜੇ ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਲੋਕਾਂ ਦੀ ਜਿਹੜੀ ਅਚੇਤ ਭਾਵਨਾ ਹੈ, ਜਿਹੜੀ ਉਹ ਤਰਜਮਾਨੀ ਨੂੰ ਆਮ ਆਦਮੀ ਪਾਰਟੀ ਵਾਲੇ ਖਾਤੇ 'ਚ ਸੁੱਟ ਲੈਂਦੇ, ਜਾਂ ਇਹ ਸਵਾਲ ਆਮ ਆਦਮੀ ਪਾਰਟੀ ਨਾਲ ਜੋੜ ਕੇ ਪੁੱਛਿਆ ਜਾਂਦਾ ਕਿ ਤੁਸੀਂ ਆਮ ਦੇ ਹੱਕ ਚੁੱਕ ਨਹੀਂ? ਮੈਨੂੰ ਲੱਗਦਾ ਉਹ ਦੋਨਾਂ ਨੂੰ ਰੱਦ ਕਰਦਿਆਂ ਜਦੋਂ ਲੋਕ ਗੱਲ ਕਰਦੇ ਨਹੀਂ ਜੀ ਕੁਛ ਨਹੀਂ, ਉਦੋਂ ਇਹ ਆਮ ਆਦਮੀ ਪਾਰਟੀ ਨੂੰ ਬੈਨੀਫਿਟ ਦਿੰਦੇ ਆ। ਸਰਵੇ ਕੀ ਕਹਿੰਦੇ ਹੋ ਸਰ, ਇਹ ਹੋ ਸਕਦਾ? ਨਹੀਂ ਰੰਧਾਵਾ ਸਾਹਿਬ, ਇਹ ਨਾ ਬਹੁਤ ਜਿਹੜਾ ਹੈਗਾ ਕੰਪਲੈਕਸ ਇਸ਼ੂ। ਅਸੀਂ ਵੀ ਲੰਬੇ ਸਮੇਂ ਤੋਂ ਜਿਹੜਾ ਅਸੀਂ ਪ੍ਰੀ ਪੋਲ ਸਟੱਡੀ ਕਰਦੇ ਰਹੇ ਹਾਂ, ਪੋਸਟ ਪੋਲ ਵੀ ਕਰਦੇ ਰਹੇ ਹਾਂ। ਇਹ ਮੈਂ ਇਸੇ ਕਰਕੇ ਪਹਿਲਾ ਸਵਾਲ ਕੀਤਾ ਸੀ, ਸਮਝੋ ਮੈਥਡੋਲੋਜੀ ਦਾ ਪਤਾ ਲੱਗ ਜਾਵੇ। ਫਾਰ ਐਗਜ਼ਾਮਪਲ ਉਹ ਪਬਲਿਕ ਡੋਮੇਨ 'ਚ ਆ ਜਾਂਦੀ ਆ, ਤੁਸੀਂ ਦੇਖ ਸਕਦੇ ਹੋ, ਮੈਂ ਦੇਖ ਸਕਦੇ ਹਾਂ, ਫਿਰ ਅਸੀਂ ਉਹਦੇ ਇਨਫਲੂਐਂਸ ਡਰਾ ਕਰ ਸਕਦੇ ਹਾਂ ਵੀ ਇਹ ਕਿੱਥੋਂ ਤੱਕ ਉਹ ਹੈਗਾ। ਜਿਹੜਾ ਕੰਮ ਅਸੀਂ ਕਰਦੇ ਰਹੇ ਹਾਂ ਜਾਂ ਲੋਕ ਨੀਤੀ ਕਰਦੀ ਰਹੀ ਆ, ਉਹਦੇ ਵਿੱਚ ਕੁਐਸਚਨਰ 15 ਤੋਂ 16 ਪੇਜ ਦਾ ਹੁੰਦਾ ਸੀਗਾ। ਉਹ ਸਿਰਫ ਇਲੈਕਸ਼ਨ ਨਹੀਂ ਸੀ ਹੁੰਦੀ, ਉਹਦੇ ਵਿੱਚ ਉਹਦੀ ਸੋਸ਼ਲ ਬੈਕਗਰਾਉਂਡ ਦੀ ਗੱਲ ਕੀਤੀ ਜਾਂਦੀ ਸੀ, ਉਹ 'ਚ ਮੁੱਦਿਆਂ ਦੀ ਗੱਲ ਕੀਤੀ ਜਾਂਦੀ ਸੀ, ਉਹਦੇ ਵਿੱਚ ਨੈਸ਼ਨਲ ਲੋਕਲ ਲੈਵਲ ਦੇ ਮੁੱਦੇ ਪੁੱਛੇ ਜਾਂਦੇ ਸੀ, ਉਹ 'ਚ ਲੀਡਰ ਪੁੱਛਿਆ ਜਾਂਦਾ ਸੀ। ਬਹੁਤ ਲੰਮਾ ਸੀਗਾ ਉਹ, ਕਮਾ ਫਰਾ ਕੇ ਉਹਦੀ ਪਿਛਲੀ ਵਾਰੀ ਤੁਸੀਂ ਜਿਹਨੇ ਵੋਟ ਪਾਈ ਸੀਗੀ ਉਦੋਂ ਕਿਹੜਾ ਮੁੱਦਾ ਸੀ, ਹੁਣ ਤੁਹਾਡੇ ਮੁੱਦੇ ਕਿਹੜੇ ਆ, ਕਿਹੜੀ ਪਾਰਟੀ ਤੁਸੀਂ ਚਾਹੁੰਦੇ ਹੋ ਕਿ ਮੁੱਦਿਆਂ ਨੂੰ ਹੱਲ ਕਰ ਲੂਗੀ, ਫਿਰ ਅਗਲੇ ਪਾਸੇ ਤੁਸੀਂ ਉਹ ਗੱਲ ਆਉਂਦੀ ਹੁੰਦੀ ਸੀ। ਇਸੇ ਕਰਕੇ ਮੈਂ ਕਹਿੰਦਾ ਵੀ ਉਹ ਜਿਹੜੇ ਸਵਾਲ ਅਸੀਂ ਜਿਸ ਮੈਥਡੋਲੋਜੀ ਤੇ ਕੰਮ ਕਰਦੇ ਸੀਗੇ, ਉਹਦੇ ਵਿੱਚ ਘੱਟੋ ਘੱਟ 40 ਤੋਂ 45 ਮਿੰਟ ਇੱਕ ਬੰਦੇ ਨਾਲ ਗੱਲਬਾਤ ਕਰਨ ਦੇ ਉੱਤੇ ਲੱਗਦੇ ਹੁੰਦੇ ਸੀਗੇ। ਫਿਰ ਤੁਸੀਂ ਜਾ ਕੇ ਇਨਫਲੂਐਂਸ ਡਰਾ ਕਰ ਸਕਦੇ ਸੀ, ਉਹਦਾ ਕੋਰਿਲੇਸ਼ਨ ਬਣਾ ਸਕਦੇ ਸੀ ਕਿ ਆਹ ਬੰਦੇ ਦਾ ਸਮਾਜਿਕ ਵਰਤਾਰਾ ਹੈਗਾ, ਆਹ ਇਹਦੀ ਪੜ੍ਹਾਈ ਲਿਖਾਈ ਹੈਗੀ ਆ, ਆਹ ਇਹਦੇ ਮੁੱਦੇ ਆ, ਇੱਥੇ ਰਹਿੰਦਾ ਵਾ, ਤੇ ਆਹ ਪਾਰਟੀ ਜਿਹੜੀ ਇਹਨੂੰ ਅਪੀਲ ਕਰਦੀ ਆ। ਤਾਂ ਇਸੇ ਕਰਕੇ ਜਿਹੜਾ ਮੈਂ ਪਹਿਲੇ ਸਵਾਲ ਕੀਤਾ ਹੈ ਵੀ ਜੇ ਸਾਨੂੰ ਮੈਥਡੋਲੋਜੀ ਦਾ ਪਤਾ ਨਹੀਂ ਹੈਗਾ, ਤੁਰਿਆਂ ਜਾਂਦਿਆਂ ਪੁੱਛਦੇ ਆ, ਹਿੱਟ ਐਂਡ ਰਨ ਹੈਗੀ ਆ, ਜਾਂ ਉਹਨੂੰ ਕਹਿੰਦੇ ਸੌਰਟ ਆਫ ਐਗਜ਼ਿਟ ਪੋਲ ਹੈਗੀ ਵੀ ਜਾਂ 10 ਜੀ ਕਿਹਨੂੰ ਵੋਟ ਪਾਈ ਆ। ਇਸੇ ਕਰਕੇ ਇਹਨਾਂ ਨੇ ਸੀ ਵੋਟਰ ਨੇ 17 ਦੇ ਵਿੱਚ ਵੀ ਇਹਨਾਂ ਨੂੰ ਬਹੁਤ ਅੱਗੇ ਕੀਤਾ ਸੀ।
ਇਹ ਗੱਲ ਬਿਲਕੁਲ ਠੀਕ ਹੈ ਕਿ ਲੋਕਾਂ ਦੇ ਮਨਾਂ ਤੇ ਤੁਸੀਂ ਅਸੀਂ ਗੱਲ ਕਰੀਏ ਜਾ ਕੇ ਤੇ ਉਹਨਾਂ ਨੂੰ ਅਜੇ ਵੀ ਉਹ ਅਪੀਲ ਕਰਦੀ ਆ। ਪਰ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਵੀ ਅਪੀਲ ਤਾਂ ਕਰਦੀ ਆ, ਜਦੋਂ ਵੋਟ ਪਾਉਣ ਲੱਗਦਾ ਵਾ ਉਦੋਂ ਤੁਹਾਨੂੰ ਬਹੁਤ ਕੁਝ ਸੋਚਣਾ ਪੈਂਦਾ। ਹੁਣ ਵੋਟ ਇਹ ਨਹੀਂ ਹੁੰਦੀ ਕਿ ਮੇਰੇ ਬਾਪੂ ਨੇ ਕਹਿਤਾ, ਮੇਰੇ ਮਹੱਲੇ ਦੇ ਸਰਦਾਰ ਨੇ ਕਹਿਤਾ, ਪਿੰਡ ਦੇ ਸਰਪੰਚ ਨੇ ਕਹਿਤਾ, ਏਦਾਂ ਵੋਟ ਨਹੀਂ ਪੈਂਦੀ। ਹੁਣ ਵੋਟਰ ਆਟੋਨਮਸ ਹੈਗਾ। ਆਟੋਨਮਸ ਥੋੜੀ ਗਿਣਤੀ ਹੋ ਸਕਦੀ, ਤੁਸੀਂ ਐਗਰੀ ਕਰ ਸਕਦੇ ਹੋ ਵੀ ਨਹੀਂ ਸਾਰੇ ਆਟੋਨਮਸ। ਜਾਤ ਪਾਤ ਧਰਮ ਬੋਲੀ ਦੇ ਉੱਤੇ 1996 ਤੋਂ ਬਾਅਦ ਜੇ ਤੁਸੀਂ ਨੈਸ਼ਨਲ ਇਲੈਕਸ਼ਨ ਸਟੱਡੀ ਦੇਖ ਲਓ, ਤੁਸੀਂ ਦੇਖੋਗੇ ਕਿ ਇਹਨਾਂ ਚੀਜ਼ਾਂ ਦਾ ਵੋਟਰ ਦੀ ਚੋਇਸ ਦੇ ਉੱਤੇ ਅਸਰ ਹੌਲੀ ਹੌਲੀ ਘਟਦਾ ਜਾ ਰਿਹਾ। ਤੇ ਜਿਹੜੇ ਉਹਦੇ ਮੁੱਦੇ ਹੈਗੇ, ਆਰਥਿਕ ਮੁੱਦੇ ਆ, ਸਮਾਜਿਕ ਮੁੱਦੇ ਹੈਗੇ ਆ, ਜਾਂ ਹੋਰ ਮੁੱਦੇ ਆ, ਮੈਂ ਇਹ ਵੀ ਕਹੂੰਗਾ ਵੀ ਧਾਰਮਿਕ ਮੁੱਦਿਆਂ ਦਾ ਜਿਹੜਾ ਅਸਰ ਹੁੰਦਾ ਵਾ ਉਹ ਇੰਨਾ ਜ਼ਿਆਦਾ ਵੋਟਾਂ 'ਚ ਡਿਸਿਸਿਵ ਨਹੀਂ ਹੁੰਦਾ ਜਿੰਨੇ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਵਾਲੇ ਹੈਗੇ ਆ। ਚਾਹੇ ਬੇਰੁਜ਼ਗਾਰੀ ਹੈ, ਚਾਹੇ ਉਹਦੇ ਵਿੱਚ ਕਰਪਸ਼ਨ ਵਾਲਾ ਇਸ਼ੂ ਹੈਗਾ, ਚਾਹੇ ਪੰਜਾਬ ਦੇ ਵਿੱਚ ਤਾਂ ਨਸ਼ਿਆਂ ਵਾਲੀ ਗੱਲ ਹੈਗੀ ਸੀ, ਜਾਂ ਇਹਨਾਂ ਦੀ ਧੱਕੇਸ਼ਾਹੀ ਸੀਗੀ, ਸ਼ਰਾਬ ਸੀ, ਸਾਰੇ ਇਹ ਮੁੱਦੇ ਜ਼ਿਆਦਾ ਡੋਮੀਨੇਟ ਕਰਦੇ ਆ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜਿਹੜੀ ਤੁਸੀਂ ਸੀ ਵੋਟਰ ਦੀ ਗੱਲ ਕੀਤੀ ਆ, ਕਿ ਜੇ ਤਰਦਾ ਪੁੱਛਿਆ ਜਾਵੇ ਤਾਂ ਤੁਸੀਂ ਕਿਸੇ ਰਿਕਸ਼ੇ ਵਾਲੇ ਨਾਲ ਵੀ ਗੱਲ ਕਰ ਲਓ, ਭਾਈ ਨਾਲ, ਤੁਸੀਂ ਹੋਰ ਵੀ ਕਿਸੇ ਨਾਲ ਗੱਲ ਕਰ ਲਓ, ਸਾਰੇ ਕਹਿਣਗੇ ਇਹਨਾਂ ਤੋਂ ਬਹੁਤ ਦੁਖੀ ਆ, ਸ਼ਾਇਦ ਅਸੀਂ ਇਹਨੂੰ ਪਾਵਾਂਗੇ। ਪਰ ਵੋਟ ਤੱਕ ਜਾਣ ਲਈ, ਗੱਲ ਕਹਿਣ ਤੋਂ ਵੋਟ ਤੱਕ ਜਾਣ ਲਈ ਉਹਦੇ ਰਸਤੇ 'ਚ ਬਹੁਤ ਸਾਰੇ ਪੜਾਅ ਹੁੰਦੇ ਆ, ਔਰ ਉਹਨਾਂ ਪੜਾਵਾਂ ਦੇ ਵਿੱਚ ਇੱਕ ਪਾਰਟੀ, ਉਹਦੀ ਵਿਚਾਰਧਾਰਾ, ਫਿਰ ਪਾਰਟੀ ਦਾ ਲੀਡਰ, ਤੇ ਉਸ ਤੋਂ ਬਾਅਦ ਜਿਹੜਾ ਕੈਂਡੀਡੇਟ ਆਉਂਦਾ। ਜਦੋਂ ਪਾਰਟੀ ਦੇ ਲੀਡਰ ਦੀ ਗੱਲ ਆਉਂਦੀ ਆ ਤੇ ਮੇਰੇ ਖਿਆਲ ਉੱਥੇ ਬਹੁਤ ਸਾਰੇ ਕੁਐਸਚਨਸ ਖਾਸ ਕਰਕੇ ਖੜੇ ਹੁੰਦੇ। ਆਪਾਂ ਪਿਛਲੀ ਵਾਰੀ ਵੀ ਗੱਲ ਕੀਤਾ ਸੀਗਾ, ਜਦੋਂ ਇਹਨਾਂ ਨੇ ਇੱਕ ਸੁਰਲੀ ਛੱਡਤੀ ਸੀ ਵੀ ਕੇਜਰੀਵਾਲ ਚੀਫ ਮਿਨਿਸਟਰ ਹੋਊਗਾ, ਤੇ ਲੋਕਾਂ ਨੇ ਆਊਟਰਾਈਟਲੀ ਉਹਨੂੰ ਰਿਜੈਕਟ ਕਰਕੇ ਬਾਹਰ ਸੁੱਟਿਆ ਸੀਗਾ, ਕਿਉਂਕਿ ਕੇਜਰੀਵਾਲ ਸਾਹਿਬ ਲਈ ਪੰਜਾਬ ਦੇ ਵਿੱਚ ਆਪਣੇ ਉਹ ਕ੍ਰੈਡੈਂਸ਼ੀਅਲ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਲੀਡਰ ਬਣ ਸਕੇ, ਉਹ ਕ੍ਰੈਡੈਂਸ਼ੀਅਲ ਵੋਟ ਪਾਉਣ ਲਈ ਉੱਦਾਂ ਪਾਪੂਲਰ ਹੋ ਸਕਦਾ ਹੈ, ਉਹਦੇ ਲਈ ਮੇਰੇ ਖਿਆਲ ਜੇ ਬਹੁਤ ਸਾਰਾ ਜਿਹੜਾ ਉਹਨਾਂ ਨੂੰ ਕੰਮ ਕਰਨਾ ਪਊਗਾ। ਔਰ ਉਸ ਕੰਮ ਕਰਨ ਵਾਸਤੇ ਉਹਨਾਂ ਨੂੰ ਪਾਰਟੀ ਦਾ ਇੱਕ ਢਾਂਚਾ ਹੋਣਾ ਬਹੁਤ ਜ਼ਰੂਰੀ ਹੋਊਗਾ, ਨਹੀਂ ਤੇ ਫਿਰ ਉਹੀ ਹਾਲ ਹੁੰਦਾ ਵਾ ਜਿਹੜਾ ਸ਼ਾਇਦ 2017 ਦੇ ਵਿੱਚ ਹੋਇਆ ਸੀਗਾ। ਪਰ ਮੈਨੂੰ ਉਹ ਠੀਕ ਹੈ। ਇਹਦੇ 'ਚ ਇੱਕ ਚੀਜ਼ ਹੋਰ ਅਹਿਮ ਉੱਭਰਦੀ ਹੈ ਜਦੋਂ ਤੁਸੀਂ ਗੱਲ ਕਰ ਰਹੇ ਹੋ ਕਿ ਬਹੁਤ ਸਾਰੇ ਫੈਕਟਰ ਨੇ, ਲੇਕਿਨ ਜਿਸ ਤਰੀਕੇ ਨਾਲ ਇਹ ਆਨੰਦ ਫਾਨਨ ਦੇ ਵਿੱਚ ਸਰਵੇ ਆ ਜਾਂਦਾ, ਪ੍ਰਚਾਰਿਆ ਵੀ ਜਾਂਦਾ, ਸਾਡੇ ਵਰਗੇ ਜਾਂ ਵੱਡੇ ਚੈਨਲ ਵੀ ਚੱਕ ਲੈਂਦੇ ਆ, ਇਹਦਾ ਜਿਹੜਾ ਲੋਕ ਮਾਨਸਿਕਤਾ ਤੇ ਅਸਰ ਹੈ, ਇੱਕ ਹਵਾ ਤਾਂ ਬਣਦੀ ਹੈ, ਭਾਵੇਂ ਉਹ 2% ਹੀ ਬਣੇ, 5% ਹੀ ਬਣੇ। ਪਾਰਟੀਆਂ ਇੱਕ ਵਾਰੀ ਫਿਰ ਤੋਂ ਆਪਣੀ ਜਿਹੜੀ ਪਾਲਿਸੀ ਆ ਉਹਨੂੰ ਘੋਖਣ ਲੱਗ ਪੈਂਦੀਆਂ, ਮੁਲਾਂਕਣ 'ਚ ਲੈ ਆਉਂਦੀਆਂ, ਅੱਛਾ ਅਸੀਂ ਪਿੱਛੇ ਆ, ਅਸੀਂ ਅੱਗੇ ਆ। ਮੈਨੂੰ ਇਹ ਸਮਝਾਓ ਕਿ ਇਹਦਾ ਮਾਨਸਿਕਤਾ, ਇਹ ਕਿੰਨੇ ਕੁ ਜ਼ਰੂਰੀ ਇਹਨਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ? ਇਹ ਲੋਕਾਂ ਦੇ ਮਨ ਤੇ ਅਸਰ ਪਾਉਂਦੇ ਆ? ਇਹ ਲੋਕਾਂ ਦੇ ਫੈਸਲੇ ਲੈਣ ਵਾਲੀ ਸਥਿਤੀ ਜਿਹੜੀ ਹੁੰਦੀ ਆ ਉਹਦੇ ਤੇ ਵੀ ਅਸਰ ਅੰਦਾਜ਼ ਹੁੰਦੇ ਆ? ਇਹ ਕਿੰਨੇ ਕੁ ਘਾਤਕ ਹੈ ਤੇ ਕਿੰਨੇ ਕੁ ਫਾਇਦੇਮੰਦ ਹੈ? ਇਹ ਬੜਾ ਅਹਿਮ ਸਵਾਲ ਆ। ਨਹੀਂ, ਇਹ ਕੋਈ ਨਹੀਂ ਹੈ, ਕਿਉਂਕਿ ਵੇਖੋ ਆਪਾਂ ਇੰਡੀਵਿਜੂਅਲ ਜਿਹੜਾ ਹੈਗਾ ਨਾ, ਇੰਡੀਵਿਜੂਅਲ ਆਟੋਨਮਸ ਹੈਗਾ, ਮੇਰੀ ਚੋਇਸ ਹੈਗੀ ਆ। ਇਹ ਯੂਰਪ ਦੇ ਵਿੱਚ ਜਿਹੜੀਆਂ ਡਿਵੈਲਪ ਡੈਮੋਕ੍ਰੇਸੀ ਉੱਥੇ ਬਹੁਤ ਪੁਰਾਣਾ ਚੱਲੀ ਆਉਂਦਾ। ਤੁਸੀਂ ਦੇਖੋ ਪਿੱਛੇ ਕੈਨੇਡਾ ਦੀ ਇਲੈਕਸ਼ਨਸ ਹੋਈਆਂ ਸੀਗੀਆਂ ਤੇ ਪਹਿਲਾਂ ਹੀ ਆ ਗਿਆ ਸੀਗਾ ਕਿ ਸਟੇਟਸ ਕੋਈ ਰਹਿਣਾ ਵਾ, ਬਹੁਤਾ ਫਰਕ ਨਹੀਂ ਪੈਣਾ ਉਹਦੇ ਵਿੱਚੋਂ। ਉੱਥੇ ਹੋਰ ਤਰੀਕੇ ਹੈਗੇ, ਜਿੱਦਾਂ ਮੈਂ ਤੁਹਾਨੂੰ ਟੈਲੀਫੋਨ ਤੇ ਪੁੱਛ ਲਵਾਂ ਜਾਂ ਮੈਂ ਤੁਹਾਨੂੰ ਈਮੇਲ ਥਰੂ ਪੁੱਛ ਲਵਾਂ, ਇਹ ਚੱਲਦਾ ਹੈ। ਸਾਡਾ ਕਿਉਂਕਿ ਸਾਡੇ ਕੋਲ ਸਾਧਨ ਨਹੀਂ ਹੈਗੇ, ਇਹ ਕੋਈ ਬਹੁਤਾ ਕੋਈ ਨਾ ਨੁਕਸਾਨ ਦਿੰਦਾ ਹੈ ਨਾ ਇਹ ਕੁਝ ਬਦਲਦਾ ਹੀ ਆ। ਇਹ ਐਕੈਡੈਮਿਕਸ ਕੰਮ ਵਾਸਤੇ ਤਾਂ ਯੂਜ਼ਫੁਲ ਹੋ ਜਾਂਦਾ, ਕਿਉਂਕਿ ਮੈਂ ਪਿਛਲੇ ਸਮੇਂ ਦੇ ਵਿੱਚ ਕਰਦੇ ਰਹੇ ਹਾਂ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਅਸੀਂ 1 ਸਾਲ ਪਹਿਲਾਂ ਸ਼ੁਰੂ ਕਰ ਦਿੰਦੇ ਸੀ, ਤਿੰਨਾਂ ਮਹੀਨੇ ਦੇ ਵਕਫੇ ਬਾਅਦ। 1 ਸਾਲ ਪਹਿਲਾਂ ਮੁੱਦੇ ਕਿਹੜੇ ਹੈਗੇ ਆ, ਫਿਰ ਤਿੰਨਾਂ ਮਹੀਨਿਆਂ ਬਾਅਦ ਕੀ ਬਣਦੇ ਆ, ਉਹ 3 ਮਹੀਨਿਆਂ ਉਸ ਤੋਂ ਬਾਅਦ ਕੀ ਬਣਦੇ ਆ, ਫਿਰ ਜਾ ਕੇ ਵੋਟਾਂ ਤੋਂ ਪਹਿਲਾਂ ਕੀ ਬਣਦੀ ਹੈ ਤੇ ਵੋਟਾਂ ਤੋਂ ਬਾਅਦ ਕੀ। ਇੱਕ ਕੋਰਿਲੇਸ਼ਨ ਬਣਦਾ ਕਿ ਇੱਕ ਸਾਲ ਦੇ ਵਿੱਚ ਲੋਕਾਂ ਦੀ ਜਿਹੜੀ ਚੋਇਸ ਸੀਗੀ, ਲੋਕਾਂ ਦੀਆਂ ਜਿਹੜੀਆਂ ਡਿਮਾਂਡ ਸੀਗੀਆਂ ਜਾਂ ਲੋਕਾਂ ਦੀਆਂ ਜਿਹੜੀਆਂ ਐਸਪੀਰੇਸ਼ਨ ਸੀਗੀਆਂ, ਉਹਦੇ ਵਿੱਚ ਕਿਸ ਕਿਸਮ ਦੀ ਤਬਦੀਲੀ ਆਉਂਦੀ ਆ। ਉਹਦੀ ਤਬਦੀਲੀ ਪਿੱਛੇ ਉਹਦੇ ਭੌਤਿਕ ਕਾਰਨ ਕੀ ਹੈਗੇ ਆ, ਪਦਾਰਥ ਕਾਰਨ ਕੀ ਹੈਗੇ ਆ, ਰਾਜਨੀਤਿਕ ਕੀ ਹੈਗੇ, ਧਾਰਮਿਕ, ਸਾਰੀਆਂ ਗੱਲਾਂ ਦਿਖੀਆਂ ਜਾਂਦੀਆਂ ਉਹਦੇ ਵਿੱਚੋਂ। ਇਹ ਕੋਈ ਬਹੁਤੀ ਸਮੱਸਿਆ ਵਾਲੀ ਗੱਲ ਨਹੀਂ ਹੈਗੀ, ਇਹਦੇ ਨਾਲ ਬਹੁਤ ਜ਼ਿਆਦਾ ਅਸਰ ਨਹੀਂ ਪੈਂਦਾ। ਪ੍ਰੋਪੇਗੈਂਡਾ ਲੱਗਦਾ ਹੈਗਾ ਵੀ ਥੋੜਾ ਬਹੁਤਾ ਲੱਗਦਾ ਸਾਨੂੰ ਜਿਵੇਂ ਪੈਂਦਾ, ਪਰ ਮੋਟੇ ਤੌਰ ਤੇ ਸਾਨੂੰ ਜਿਹੜੀ ਚੀਜ਼ ਹੁੰਦੀ ਆ ਉਹ ਥੋੜੀ ਉੱਭਰਦੀ ਆ। ਪਰ ਉਸ ਉੱਭਰਦੀ ਚੀਜ਼ ਨੂੰ ਮਟੀਰੀਅਲਾਈਜ਼ ਕਰਨ ਵਾਸਤੇ ਤੁਹਾਨੂੰ ਕਹਿੰਦੇ ਨਾ, ਮੈਂ ਨਹੀਂ ਜਿਹੜੇ ਸਲਿਪਸ ਆ ਬਿਟਵੀਨ ਕੱਪ ਐਂਡ ਲਿਪ, ਇਹ ਕੱਪ ਤੇ ਲਿਪ ਦਾ ਰਿਲੇਸ਼ਨ ਤਾਂ ਦੱਸ ਦਿੰਦੀ ਆ, ਪਰ ਕੱਪ ਨੂੰ ਬੁੱਲਾਂ ਤੱਕ ਪਹੁੰਚਾਉਣ ਵਾਸਤੇ ਜਿਹੜੇ ਰਸਤੇ ਦੇ ਵਿੱਚ ਜਿਹੜੀਆਂ ਹਰਡਲਸ ਆਉਂਦੀਆਂ ਵਾ, ਉਹ ਵੱਡਾ ਸਵਾਲ ਹੁੰਦਾ। ਜੇ ਤੁਸੀਂ ਹਰਡਲ ਨੂੰ ਪਾਰ ਕਰਦੇ ਹੋ ਫਿਰ ਹੀ ਤੁਸੀਂ ਜਿਹੜਾ ਨਾ ਉਹ ਸਿਰੇ ਤੇ ਪਹੁੰਚ ਜਾਂਦੇ ਹੋ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਆਮ ਆਦਮੀ ਪਾਰਟੀ ਇਹ ਲੋਕਾਂ ਦੀ ਹੈਗੀ ਆ, ਇਮੈਜੀਨੇਸ਼ਨ 'ਚ ਹੈਗੀ, ਕਿਤੇ ਨਾ ਕਿਤੇ ਪਈ ਆ, ਪਰ ਉੱਥੇ ਇਮੈਜੀਨੇਸ਼ਨ ਨੂੰ ਰਿਐਲਿਟੀ 'ਚ ਕਨਵਰਟ ਕਰਨ ਵਾਸਤੇ ਤੁਸੀਂ ਦੇਖੋ ਨਾ, ਪਾਰਟ ਟਾਈਮ ਆ ਸਾਰਾ ਕੁਝ। ਅੱਜ ਵੀ ਸ਼ਾਇਦ 2 ਦਿਨ ਵਾਸਤੇ ਉਹ ਆ ਰਹੇ ਆ, ਫਿਰ ਵਾਪਸ ਚਲੇ ਜਾਣਗੇ। ਇੱਥੋਂ ਦੇ ਲੀਡਰ ਕਿੰਨੇ, ਇੱਕ ਮੈਂਬਰ ਪਾਰਲੀਮੈਂਟ ਆ, ਅੱਧੇ ਪਿਛੱਧੇ ਜਿਹੜੇ ਛੱਡ ਕੇ ਚਲੇ ਗਏ ਉਹ ਹੋ ਗਏ। ਜਿੰਨਾ ਚਿਰ ਅਸੀਂ ਪਾਰਲੀਮੈਂਟਰੀ ਸਿਸਟਮ 'ਚ ਰਹਿ ਰਹੇ ਹਾਂ, ਪਾਰਲੀਮੈਂਟਰੀ ਸਿਸਟਮ ਦੇ ਵਿੱਚ ਪਾਰਟੀ ਦਾ
ਤਕੜਾ ਹੋਣਾ ਬਹੁਤ ਜ਼ਰੂਰੀ ਆ। ਪਾਰਟੀਆਂ ਹੀ ਸਰਕਾਰਾਂ ਬਣਾਉਂਦੀਆਂ। ਇਹ ਦੂਸਰਿਆਂ ਲਈ ਵੀ ਇਹੀ ਹਾਲ ਹੋ ਰਿਹਾ ਵਾ। ਅਕਾਲੀ ਦਲ ਦੀ ਆਪਾਂ ਗੱਲ ਕਰਦੇ ਹਾਂ, ਜਦੋਂ ਤਾਕਤ ਦੇ ਵਿੱਚ ਸੀ ਕਿੱਡੀ ਵੱਡੀ ਪਾਰਟੀ ਲੱਗਦੀ ਸੀਗੀ। ਹੁਣ ਸਮੱਸਿਆ ਸਾਡੀ ਇਹ ਹੈਗੀ ਆ ਵੀ ਸਾਡੇ ਦੇਸ਼ ਦਾ ਢਾਂਚਾ ਹੀ ਇਹਨਾਂ ਵਿਗੜ ਗਿਆ ਵਾ ਕਿ ਪਾਰਟੀ ਨਾਲੋਂ ਲੋਕੀ ਜਿਹੜੀ ਹੈਗੀ ਸਰਕਾਰਾਂ ਨੂੰ ਪ੍ਰੈਫਰ ਦਿੰਦੇ ਆ। ਨਹਿਰੂ ਦੇ ਸਮੇਂ 'ਚ ਇਸ ਸਮੇਂ ਸੀ ਕੇ ਕਾਮਰਾਜ ਪਲਾਨ ਆਈ ਸੀਗੀ, ਉਹਨਾਂ ਨੇ ਇਹ ਇਨਵਾਈਟ ਕੀਤਾ ਸੀ ਆ ਸਾਰੇ ਅਹੁਦੇ ਛੱਡੋ, ਚੀਫ ਮਿਨਿਸਟਰੀ ਛੱਡੋ, ਮੰਤਰੀ ਛੱਡੋ, ਪਾਰਟੀ ਨੂੰ ਤਗੜਿਆ ਕਰੀਏ। ਹੁਣ ਸਾਡਾ ਹੁੰਦਾ ਵੀ ਕੋਈ ਬੰਦਾ ਪਾਰਟੀ 'ਚ ਰਹਿਣਾ ਨਹੀਂ ਚਾਹੁੰਦਾ, ਹਰ ਕੋਈ ਸਰਕਾਰ ਵਾਲੇ ਪਾਸੇ ਵੱਲ ਜਾਣਾ ਚਾਹੁੰਦਾ ਵਾ। ਇਸੇ ਕਰਕੇ ਜਿਹਦੀ ਸਰਕਾਰ ਬਣਦੀ ਆ ਥੋੜੀ ਪਾਰਟੀ ਵੱਡੀ ਹੋ ਜਾਂਦੀ ਆ, ਜਦੋਂ ਸਰਕਾਰ ਤੋਂ ਲਾਂਭੇ ਹੋ ਜਾਂਦਾ ਉਹਦੀ ਪਾਰਟੀ ਜਿਹੜੀ ਉਹ ਖਿਲ ਜਾਂਦੀ ਉਹਦੇ ਵਿੱਚ। ਨਹੀਂ, ਮੈਂ ਇਹਦੇ 'ਚ ਇੱਕ ਪ੍ਰੋਫੈਸਰ ਸਾਹਿਬ ਅਹਿਮ ਮਸਲਾ ਇਹ ਵੀ ਹੈ ਕਿ ਅਕਾਲੀ ਦਲ ਅਜੇ ਵੀ ਪਿੰਡ ਪੱਧਰ ਦੀ ਲੜਾਈ 'ਚ ਧੜਿਆਂ 'ਚ ਕਾਇਮ ਆ। ਭਾਵੇਂ ਉਹਨੂੰ ਕਈ ਨੇਰੀਆਂ ਝੱਲਣੀਆਂ ਪਈਆਂ, ਕਾਂਗਰਸ ਦਾ ਵਰਕਰ ਵੀ ਖੜਾ ਹੈ, ਭਾਵੇਂ ਉਹਨਾਂ ਦੀ ਸਰਕਾਰ ਦਾ ਉਹਨਾਂ ਨੂੰ ਫਾਇਦਾ ਮਿਲ ਰਿਹਾ, ਲੇਕਿਨ ਆਮ ਆਦਮੀ ਪਾਰਟੀ ਨਦਾਰਦ ਹੈ ਇਹਨਾਂ ਮਾਮਲਿਆਂ 'ਚ। ਬੂਥ ਪੱਧਰ ਤੇ ਉਹ ਉਹਨੇ ਐਕਟੀਵੇਟ ਨਹੀਂ ਕਰ ਸਕੇ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਨਾਲ ਜੁੜੇ ਆ, ਜਾਂ ਜਿਹੜੇ ਹੁਣ ਉੱਥੇ ਆ ਰਹੇ ਆ ਉਹਨਾਂ ਦੀਆਂ ਖਾਹਿਸ਼ਾਂ ਤੇ ਇਸ਼ਾਵਾਂ ਜ਼ਿਆਦਾ। ਉਹਨਾਂ 'ਚੋਂ ਬਹੁ ਗਿਣਤੀ ਲੋਕ ਲੀਡਰ ਨੇ, ਉਹ ਸਾਰੇ ਦੇ ਸਾਰੇ ਆਪਣੇ ਆਪ ਨੂੰ, ਹਾਲਾਂਕਿ ਗੱਲ ਇਹ ਹੁੰਦੀ ਆਮ ਆਦਮੀ ਦੀ, ਲੇਕਿਨ ਉੱਥੇ ਆਉਣ ਵਾਲਾ ਹਰ ਕੋਈ ਇਹ ਖਾਹਿਸ਼ ਪਾਲ ਕੇ ਆਉਂਦਾ ਹੈ ਕਿ ਕਿਉਂਕਿ ਸਪੇਸ ਖਾਲੀ ਆ, ਉੱਥੇ ਕਾਫੀ ਜਗ੍ਹਾ ਹੋ ਸਕਦੀ ਹੈ, ਸੋ ਸਾਰੇ ਲੀਡਰ ਬਣ ਜਾਂਦੇ ਆ। ਇਹ ਵੀ ਇੱਕ ਪਹਿਲੂ ਆ। ਇਹਦਾ ਨੁਕਸਾਨ ਆਉਂਦੇ ਦਿਨੀ ਆਮ ਆਦਮੀ ਪਾਰਟੀ ਨੂੰ ਮੁਕਾਬਲਤਨ ਦੂਜੀਆਂ ਦੋਵੇਂ ਸਥਾਪਿਤ ਪਾਰਟੀਆਂ ਤੇ ਹੋ ਸਕਦਾ। ਜਿੰਨੀ ਹਵਾ ਦੇ ਰੁੱਖ ਨੇ ਬੈਨੀਫਿਟ ਦੇਣਾ ਹੈ, ਉਹਨਾਂ ਗਰਾਊਂਡ ਰਿਐਲਿਟੀ ਨੇ ਉਹਨਾਂ ਝਟਕਾ ਵੀ ਦੇਣਾ। ਮੈਨੂੰ ਲੱਗਦਾ ਵੀ ਇਵਨ ਅਕਾਲੀ ਦਲ ਦਾ ਤਾਂ ਇਹ ਗੱਲ ਹੈ ਵੀ ਉਹਨਾਂ ਦੀ ਰੂਰਲ ਏਰੀਆ ਸਰਦਾਰੀ ਹੈਗੀ ਆ। ਮੈਂ ਲਿਖਿਆ ਸੀ ਪਿਛਲੇ ਦੇ ਵਿੱਚ, ਪਿਛਲੀ 2017 ਦੇ ਵਿੱਚ ਵੀ ਉਹਨਾਂ ਦਾ ਵੋਟ ਸ਼ੇਅਰ ਜਿਹੜਾ ਸੀਗਾ ਉਹ 38% ਸੀਗਾ ਰੂਰਲ ਏਰੀਆ ਦੇ ਵਿੱਚ। ਇਸ ਤੋਂ ਬਾਅਦ ਆਇਆ ਸੀ 31% ਜਿਹੜਾ ਸੀ ਉਹ ਹੈਗਾ ਸੀ ਆਮ ਆਦਮੀ ਪਾਰਟੀ ਦਾ। ਕਾਂਗਰਸ ਨੂੰ ਮਿਲਿਆ ਸੀ 29% ਜਿਹੜਾ ਵੋਟ ਸ਼ੇਅਰ ਸੀ ਪਿੰਡਾਂ ਵਾਲਾ ਜਿਹੜਾ ਹੈਗਾ ਸੀਗਾ। ਠੀਕ ਹੈ, ਸ਼ਹਿਰਾਂ ਦੇ ਵਿੱਚੋਂ ਜ਼ਿਆਦਾ ਮਿਲਿਆ, ਕੋਈ ਪੰਜਾਬ ਦੇ ਵਿੱਚ ਅਰਬਨਾਈਜੇਸ਼ਨ ਜ਼ਿਆਦਾ ਹੈਗੀ, ਉਹ ਦੂਸਰਾ ਪਾਸਾ ਹੈਗਾ। ਤੋ ਇਸ ਕਰਕੇ ਅਕਾਲੀ ਦਲ ਤਾਂ ਉੱਥੇ ਜਿਹੜਾ ਨਾ ਅਜੇ ਵੀ ਉਹਦੇ ਬਹੁਤ ਸਾਰੇ ਰੀਜ਼ਨਸ ਹੈਗੇ ਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇੱਕ ਨੈਟਵਰਕ ਹੈਗਾ ਵਾ, ਫਿਰ ਦੂਸਰਾ ਹੈਗਾ ਕਿ ਉਹ ਲੋਕ ਜੁੜੇ ਵੀ ਉਹਦੇ ਨਾਲ ਆਉਂਦੇ ਆ, ਸਾਰਾ ਕੁਝ ਕਈ ਕੁਛ ਆ ਉਹਨਾਂ ਦੇ ਕੋਲ, ਉਹਨਾਂ ਦੇ ਕੋਲ ਐਜੂਕੇਸ਼ਨ ਇੰਸਟੀਟਿਊਸ਼ਨਸ ਹੈਗੀਆਂ, ਬਹੁਤ ਵੱਡਾ ਨੈਟਵਰਕ ਆ। ਅਕਾਲੀ ਦਲ ਬਹੁਤ ਵੱਡਾ ਨੈਟਵਰਕ ਹੋਣ ਕਰਕੇ ਉਹਨੇ ਉਹਨਾਂ ਕੀ ਜਿਹੜਾ ਆਪਣਾ ਉਹ ਰੱਖਣਾ ਹੈ। ਹਾਂ, ਉਹਦਾ ਖੁਰਿਆ ਜ਼ਰੂਰ ਉਹਦੇ ਵਿੱਚੋਂ ਆਣ ਕੇ। ਦੂਸਰੀ ਤੁਸੀਂ ਕੀਤੀ ਆਮ ਆਦਮੀ ਪਾਰਟੀ ਦੀ ਗੱਲ। ਆਮ ਆਦਮੀ ਮਤਲਬ ਉਹੀ ਹੈਗਾ ਵੀ ਪਾਰਟੀ ਕਿੱਦਾਂ ਬਣਦੀ। ਹੁਣ ਬੀਜੇਪੀ ਜੇ ਕਿਉਂ ਇੱਥੋਂ ਤੱਕ ਪਹੁੰਚੀ, ਇਹ ਆਰਐਸਐਸ ਕਰਕੇ ਪਹੁੰਚੀ। 1925 ਤੋਂ ਸ਼ੁਰੂ ਕੀਤਾ ਸਫ਼ਰ ਉਹਨਾਂ ਨੇ, ਚਾਹੇ ਉਹਨਾਂ ਦੇਖੀਏ ਵੀ 1980 ਦੇ ਵਿੱਚ 2 ਬੰਦੇ ਉਹਨਾਂ ਕੋ ਆਏ, ਬੂਥ ਲੈਵਲ ਤੱਕ ਪਹੁੰਚੇ ਉਹਨਾਂ ਨੇ, ਆਪਣੇ ਬੰਦੇ ਉੱਥੇ ਪਹੁੰਚਾਏ ਆ, ਉੱਥੇ ਬੰਦੇ ਉਹਨਾਂ ਨੂੰ ਬਿਠਾ ਲਿਆ ਹੈ। ਸਾਡੇ ਪੰਜਾਬ ਦੇ ਵਿੱਚ ਆਪਾਂ ਜੇ ਆਪਣੇ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਕਿ ਇਹ ਤਾਂ ਜ਼ਰੂਰ ਹੈਗਾ ਕਿ ਪੁਰਾਣੇ, ਕਿਉਂਕਿ ਅਕਾਲੀ ਤੇ ਕਾਂਗਰਸ ਪੁਰਾਣੀਆਂ ਹੈਗੀਆਂ ਵਾ। ਪਿੰਡਾਂ ਦੀ ਜਿਹੜੀ ਸਾਡੀ ਸਾਰੀ ਰਾਜਨੀਤੀ ਆ ਉਹਦੀ ਧੜਿਆਂ ਬੰਦੀ ਆ, ਉਹਦੇ ਵਿੱਚ ਵਿਚਾਰਧਾਰਾ ਵਾਲਾ ਕੰਮ ਬਹੁਤਾ ਨਹੀਂ ਹੈਗਾ। ਉਹ ਜੇ ਸਰਪੰਚ ਬਣ ਗਿਆ, ਲੋਕੀ ਨਾਲ ਜੁੜ ਗਏ, ਅਕਾਲੀ ਸਰਪੰਚ ਬਣ ਗਿਆ, ਦੂਸਰਾ ਕਾਂਗਰਸੀ ਸਰਪੰਚ ਬਣ ਗਿਆ। ਇਹਦੇ ਨਾਲ ਉਹਨਾਂ ਨੂੰ ਸਪੇਸ ਮਿਲ ਜਾਂਦੀ ਆ ਕਿ ਉਹਨਾਂ ਪਾਰਟੀਆਂ ਦੀ ਉੱਥੇ ਬੰਦੇ ਪਿੰਡਾਂ 'ਚ ਬੈਠੇ ਆ। ਜਿਹੜੀ ਤੁਹਾਡੀ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਸਮੱਸਿਆ ਆ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ, ਜਿੰਨਾ ਚਿਰ ਤੁਸੀਂ ਪਾਰਟੀ ਢਾਂਚਾ ਨਹੀਂ ਖੜਾ ਕਰ ਸਕਦੇ, ਹਾਂ ਪੜ੍ਹਿਆ ਲਿਖਿਆ 'ਚ ਆ ਗਿਆ, ਜੋਸ਼ ਆ ਗਿਆ, ਨਾਲ ਜੁੜ ਗਏ ਉਹਦੇ ਵਿੱਚੋਂ, ਪਰ ਜਿਨ੍ਹਾਂ ਨੇ ਗਰਾਊਂਡ ਤੇ ਬਹਿ ਕੇ ਕੰਮ ਕਰਨਾ ਹੈ, ਜਿਨ੍ਹਾਂ ਨੇ ਉੱਥੇ ਬੂਥ ਨੂੰ ਮੈਨੇਜ ਕਰਨਾ ਹੈ, ਜਾਂ ਜਿਨ੍ਹਾਂ ਨੇ ਉੱਥੇ ਮੁਹੱਲਿਆਂ ਦੇ ਵਿੱਚ ਜਾਣਾ ਹੈ, ਜਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਨੂੰ ਲੋਕਾਂ 'ਚ ਬਹਿ ਕੇ ਡਿਸਕਸ ਕਰਨਾ ਵਾ। ਮਤਲਬ ਆਈਡੀਓਲੋਜੀ ਹੈ ਕਿ ਨਹੀਂ ਸਰ? ਇਹ ਵੀ ਵੱਡਾ ਸਵਾਲ ਹੈ ਨਾ ਕਿ ਕਿਸੇ ਵੀ ਪਾਰਟੀ ਦਾ ਕੋਈ ਆਪਣਾ ਖਾਸਾ ਕੋਈ ਉਹਦੀ ਵਿਚਾਰਧਾਰਾ ਹੈ। ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਸੀਗੀ ਕਿ ਦੇਸ਼ ਦੇ ਵਿੱਚ ਜਿੰਨਾ ਵੀ ਭ੍ਰਿਸ਼ਟਾਚਾਰ ਹੈ ਉਹਦੇ ਖਿਲਾਫ ਅਸੀਂ ਖੜੇ ਆ। ਸਵਰਾਜ ਨਾਂ ਦਾ ਜਾਂ ਜੋ ਵੀ ਉਹਨਾਂ ਨੇ ਅਭਿਆਨ ਚਲਾਇਆ ਸੀਗਾ ਉਹ ਤਾਂ ਹੁਣ ਨਦਾਰਦ ਹੈ, ਉਹ ਚੀਜ਼ਾਂ ਤੇ ਕੋਈ ਜ਼ੋਰ ਦਿੰਦਾ ਹੀ ਨਹੀਂ। ਲੋਕਪਾਲ ਬਣਾਉਣ ਦੇ ਮਾਮਲੇ 'ਚ ਪਾਰਟੀ ਖੜੀ ਹੋਈ, ਲੋਕਪਾਲ ਤਾਂ ਕਿਤੇ ਵੀ ਉਸ ਪੱਧਰ ਤੱਕ ਅਜੇ ਵੀ ਉਹਨਾਂ ਪ੍ਰਭਾਵੀ ਨਹੀਂਗਾ। ਇਹ ਸਵਾਲ ਹੈਗਾ ਮੈਂ ਤੁਹਾਡੇ, ਲੇਕਿਨ ਇੱਕ ਸਵਾਲ ਹੋਰ ਨਾਲ ਖੜਾ ਹੁੰਦਾ। ਕੱਲ ਸੀ ਵੋਟਰ ਦੇ ਜਿਹੜੇ ਉਹ ਫਾਊਂਡਰ ਨੇ ਜਸਵੰਤ ਦੇਸ਼ਮੁਖ, ਉਹਨਾਂ ਨੇ ਇਹ ਵੀ ਸਵਾਲ ਉਠਾਇਆ ਸੀ ਕਿ ਮੁੱਖ ਮੰਤਰੀ ਅਨੁਸੂਚਿਤ ਜਾਤੀਆਂ ਚੋਂ ਆਉਣ ਕਰਕੇ ਕਾਂਗਰਸ ਇੱਕ ਬਹੁਤ ਵੱਡਾ ਮਾਰਕਾ ਮਾਰ ਗਈ, ਦੂਜੇ ਵਹਿੰਦੇ ਰਹਿ ਗਏ। ਉਹਨਾਂ ਨੇ ਇਹ ਸਵਾਲ ਉਠਾਤਾ ਸੀਗਾ ਕਿ ਆਮ ਆਦਮੀ ਪਾਰਟੀ ਇਹ ਕਹਿੰਦੀ ਰਹੀ ਕਿ ਅਸੀਂ ਕਰਾਂਗੇ, ਭਾਜਪਾ ਨੇ ਸਵਾਲ ਉਠਾ ਕੇ ਛੱਡਤਾ, ਸੁਖਬੀਰ ਨੇ ਕਹਿਤਾ ਡਿਪਟੀ ਸੀਐਮ, ਪਰ ਇਹਨਾਂ ਨੇ ਇਹਦੇ ਵਿੱਚ ਪਹਿਲ ਕਰ ਲਈ ਔਰ ਇਸ ਪਹਿਲ ਦਾ ਬਹੁਤ ਵੱਡਾ ਫਾਇਦਾ ਹੋਇਆ। ਹੁਣ ਮੈਨੂੰ ਦੱਸੋ ਕਿ ਬਹੁਤ ਵੱਡਾ, ਕਿਉਂਕਿ ਸਰਦਾਰ ਚਰਨਜੀਤ ਸਿੰਘ ਚੰਨੀ ਉਸ ਅਨੁਸੂਚਿਤ ਜਾਤੀ ਚੋਂ ਆਉਂਦੇ ਤਾਂ ਹੋ ਸਕਦੇ ਆ, ਲੇਕਿਨ ਉਹ ਸਰਦੇ ਪੁੱਜਦੇ ਨੇ, ਆਰਥਿਕ ਤੌਰ ਤੇ ਉਹ ਕਾਫੀ ਮਜ਼ਬੂਤ ਨੇ। ਅਦਰਵਾਈਜ਼ ਮੈਨੂੰ ਦੂਜੇ ਪਾਸਿਓਂ ਉਹ ਨਜ਼ਰੀਆ ਸੀ ਵੋਟਰ ਦਾ ਜਾਂ ਉਹਨਾਂ ਦੇ ਫਾਊਂਡਰ ਦਾ, ਉਹ ਮੈਨੂੰ ਦੱਸੋ ਕਿ ਉਹਦਾ ਅਰਥ ਕੀ ਹੈ ਕਿ ਸਾਰੀ ਦੀ ਸਾਰੀ ਵੋਟ ਜਿਹੜੀ ਆ ਉਹਨਾਂ ਵਰਗਾਂ ਦੀ ਉਧਰ ਚਲੇ ਜਾਊਗੀ, ਬਾਕੀ ਪਾਰਟੀਆਂ ਮੂੰਹ ਵੇਦੀਆਂ ਰਹਿ ਜਾਣਗੀਆਂ। ਕੀ ਇੰਨੀ ਸਮਰੱਥਾ ਜਾਂ ਇਸ ਤਰ੍ਹਾਂ ਦੇ ਇਕੁਏਸ਼ਨ ਸਮੀਕਰਨ ਹੈਗੇ ਪੰਜਾਬ 'ਚ ਕਿ ਕਿਸੇ ਇੱਕ ਬੰਦੇ ਨਾਲ ਜਾਂ ਇੱਕ ਵਿਚਾਰਧਾਰਾ ਨਾਲ ਜਾਂ ਕਿਸੇ ਵੇਗ ਨਾਲ ਜਾਂ ਕਿਸੇ ਹਵਾ ਦੇ ਰੁੱਖ ਨਾਲ ਇੱਕ ਪੂਰੀ ਦੀ ਪੂਰੀ ਵੋਟ ਹੀ ਦੂਜੇ ਬੰਨੇ ਸ਼ਿਫਟ ਹੋ ਜੇ?
ਪਹਿਲੀ ਗੱਲ ਤੁਸੀਂ ਕਿਹਾ ਵਿਚਾਰਧਾਰਾ, ਤੁਹਾਡੀ ਗੱਲ ਠੀਕ ਆ ਕਿ ਵਿਚਾਰਧਾਰਾ ਦੇ ਨਾਂ ਦੀ ਕੋਈ ਚੀਜ਼ ਰਹਿ ਨਹੀਂ ਗਈ। ਉਹ ਇੱਕ ਤਾਂ ਇਹ ਹੈਗਾ ਸੀ ਵੀ ਇੱਕ ਜਿਹੜਾ ਹੈਗਾ ਸੀ ਐਂਡ ਆਫ ਆਈਡੀਓਲੋਜੀ ਵਾਲੀ ਗੱਲ ਚੱਲੀ ਸੀ 90 ਦੇ ਵਿੱਚ ਜਾ ਕੇ ਜੀ। ਤੇ ਉਸ ਤੋਂ ਬਾਅਦ ਦੇਖੋ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਜਦੋਂ ਇੱਕ ਵਿਚਾਰਧਾਰਾ, ਦੋ ਵਿਚਾਰਧਾਰਾ ਸੀਗੀਆਂ, ਇੱਕ ਲੈਫਟ ਦੀ ਸੀ, ਇੱਕ ਰਾਈਟ ਦੀ ਸੀਗੀ। ਲੈਫਟ ਦੇ ਕਮਜ਼ੋਰ ਹੋਣ ਦੇ ਨਾਲ ਦੂਸਰੀ ਵਿਚਾਰਧਾਰਾ 'ਚ ਕੋਈ ਬਹੁਤਾ ਫਰਕ ਨਹੀਂ ਗਾ, ਅਕਾਲੀ ਕਾਂਗਰਸ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ, ਲੈਫਟ ਹਾਸ਼ੀਏ ਤੇ ਪਹੁੰਚ ਗਿਆ। ਤੋ ਇਸ ਕਰਕੇ ਇਦਾਂ ਹੀ ਹੁਣ ਦੇਸ਼ ਦੇ ਵਿੱਚ ਵੀ ਜਿਹੜਾ ਕੰਮ ਬੀਜੇਪੀ ਕਰਦੀ ਹੈ, ਕਾਂਗਰਸ ਨੇ ਸ਼ੁਰੂ ਕੀਤਾ ਸੀਗਾ, ਇਹ ਜ਼ਿਆਦਾ ਨੰਗੇ ਚਿੱਟੇ ਰੂਪ 'ਚ ਕਰਨ ਡਈ ਆ, ਕਾਂਗਰਸ ਹੌਲੀ ਹੌਲੀ ਕਰਨ ਡਈ ਸੀ। ਤੋ ਇਸ ਕਰਕੇ ਉਹ ਵਿਚਾਰਧਾਰਾ ਵਾਲਾ ਤਾਂ ਮਸਲਾ ਥੋੜਾ ਜਿਹਾ ਹੁਣ ਲਾਂਭੇ ਹੋ ਗਿਆ, ਉਹ ਤਾਂ ਸਾਰਾ ਰਲਗਾਡੀ ਹੋ ਗਿਆ ਉਹਦੇ ਵਿੱਚ ਹੁਣ ਕੇ। ਤੋ ਇਸ ਕਰਕੇ ਜਿਹੜੀ ਇੱਕ ਇਮੈਜੀਨੇਸ਼ਨ ਹੁੰਦੀ ਆ ਵੀ ਜਿਹੜੀ ਆਹ ਪਾਰਟੀ ਆ, ਇਹਦੇ ਵਿੱਚ ਆ ਜਿਹੜੇ ਲੋਕ ਹੈਗੇ, ਇਹਨਾਂ ਦੀ ਸੋਚ ਇਦਾਂ ਦੀ ਹੈਗੀ, ਜਿੱਦਾਂ ਫਰ ਮੰਨ ਲਓ ਵੀ ਓਨੈਸਟ ਹੈਗਾ, ਕਹਿ ਦਿੰਦੇ ਕੇਜਰੀਵਾਲ ਓਨੈਸਟ ਸੀਗਾ, ਜਾਂ ਕਿਸੇ ਹੋਰ ਬਾਰੇ ਆਪਾਂ ਓਨੈਸਟ ਦੀ ਗੱਲ ਕਰ ਸਕਦੇ ਹਾਂ। ਪਰ ਇਕੱਲਾ ਓਨੈਸਟ ਹੀ ਕੰਮ ਨਹੀਂ ਉਹਦੇ ਵਿੱਚੋਂ ਕਰਦਾ, ਇਹ ਤੋਂ ਇਲਾਵਾ ਹੋਰ ਬਹੁਤ ਵੀ ਕੁਝ ਚਾਹੀਦਾ। ਤੁਸੀਂ ਸਵਰਾਜ ਦੀ ਗੱਲ ਕੀਤੀ, ਸਵਰਾਜ ਤਾਂ ਇਹਨਾਂ ਨੇ ਸ਼ੁਰੂ ਕੀਤਾ ਸੀ, ਪਰ ਸਵਰਾਜ ਤਾਂ ਹੌਲੀ ਹੌਲੀ ਉਹਨੂੰ ਤੋੜ ਦਿੱਤਾ ਨਾ, ਜਦੋਂ ਦੂਸਰੇ ਬੰਦੇ ਬਾਹਰ ਕੱਢੇ ਆ, ਦੂਸਰੇ ਜੋਗਿੰਦਰ ਯਾਦਵ ਹੋਣੀ ਜਾਂ ਜਿਹੜੇ ਹੋਰ ਸੀ ਰਾਮਦਾਸ ਵਰਗੇ ਜਾਂ ਪ੍ਰਸ਼ਾਂਤ ਭੂਸ਼ਣ ਵਰਗੇ ਜਾਂ ਪ੍ਰੋਫੈਸਰ ਆਨੰਦ ਕੁਮਾਰ ਵਰਗੇ, ਸਵਰਾਜ ਤੋਂ ਉਹਨਾਂ ਦੇ ਨਾਲ ਹੀ ਦੂਸਰੇ ਪਾਸੇ ਵੱਲ ਚਲੇ ਗਿਆ। ਇਹ ਤੇ ਫਿਰ ਜਿਹੜਾ ਹੈਗਾ ਸੀ ਵਨ ਮੈਨ ਹੀ ਰਹਿ ਗਿਆ ਉਹਦੇ ਵਿੱਚੋਂ। ਸੋ ਆਈਡੀਓਲੋਜੀ ਨਹੀਂ ਹੈ। ਪਰ ਦੂਸਰੇ ਪਾਸੇ ਲੱਗਦਾ ਕਿ ਦੇਖੋ ਦਿੱਲੀ ਦੇ ਵਿੱਚ ਇਹ ਗੱਲ ਬੜੀ ਪੱਕੀ ਆਪਾਂ ਨੂੰ ਦੇਖਣੀ ਪਊਗੀ ਕਿ ਦਿੱਲੀ ਦਾ ਮਾਡਲ ਪੰਜਾਬ ਦੇ ਲੋਕਾਂ ਨੂੰ ਇਸ ਕਰਕੇ ਥੋੜਾ ਜਿਹਾ ਅਪੀਲ ਕਰਦਾ ਕਿ ਦਿੱਲੀ ਇੱਕ ਤਾਂ ਬਹੁਤ ਨੇੜੇ ਹੈਗੀ ਹੈ, ਦੂਸਰਾ ਹੈ ਕਿ ਸਾਡੇ ਖਲਾਰਾ ਬਹੁਤ ਆ। ਖਲਾਰਾ ਇਨ ਦੀ ਹਰ ਪਾਸੇ ਕਿਓਸ ਆ, ਅਕਾਲੀਆਂ ਦਾ ਵੀ ਵੇਖਿਆ ਉਧਰ ਵੀ ਕਿਓਸ ਸੀ, ਕਾਂਗਰਸ ਨੇ ਵੀ ਬਹੁਤਾ ਜ਼ਿਆਦਾ ਜਿਹੜਾ ਉਸ ਤਰੀਕੇ ਨਾਲ ਨਹੀਂ ਕਰ ਸਕਿਆ। ਤਾਂ ਹਰ ਵਿਅਕਤੀ ਚਾਹੁੰਦਾ ਵੀ ਕੋਈ ਨਾ ਕੋਈ ਸਾਨੂੰ ਆਲਟਰਨੇਟਿਵ ਮਿਲ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਹਮੇਸ਼ਾ ਆਲਟਰਨੇਟਿਵ ਪੋਲਿਟਿਕਸ ਦਾ ਕੋਈ ਨਾ ਕੋਈ ਸਪੇਸ ਰਹਿੰਦੀ ਆ। ਤਾਂ ਇਹ ਇਮੈਜੀਨੇਸ਼ਨ ਦੀ ਹੁੰਦੀ ਵੀ ਇਹ ਪਾਰਟੀ ਆਊਗੀ, ਇਹ ਵਿਅਕਤੀ ਆਊਗਾ। ਫਿਰ ਮੈਂ ਉੱਥੇ ਕਹਿੰਦਾ ਵੀ ਪਾਰਟੀ ਬਹੁਤ ਜ਼ਰੂਰੀ ਆ। ਜਦੋਂ ਤੁਹਾਡੀ ਧਿਰ ਨਹੀਂ ਹੈ, ਕੋਈ ਧੜਾ ਨਹੀਂ ਹੈ, ਕੋਈ ਸਟੇਟ ਦੀ ਆਰਗੇਨਾਈਜੇਸ਼ਨ ਨਹੀਂ ਹੈ, ਜਦੋਂ ਕੋਈ ਅਡੌਕ ਅਰੇਂਜਮੈਂਟ ਹੈ, ਮੈਨੂੰ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਕਿਹੜਾ ਪ੍ਰਧਾਨ ਹੈ, ਕਿਹੜਾ ਵਾਈਸ ਪ੍ਰਧਾਨ ਹੈ, ਕਿਹੜਾ ਉਹਦਾ ਜਨਰਲ ਸੈਕਟਰੀ ਹੈ, ਜਾਂ ਕਿਹੜਾ ਆਫੀਸ਼ੀਅਲ ਸਪੋਕਸਮੈਨ ਤਾਂ ਹੋ ਸਕਦੇ ਆ, ਪਰ ਪਾਰਟੀ ਨਹੀਂ ਹੈਗੀ। ਇਹ ਬਹੁਤ ਵੱਡਾ ਉਹਦਾ ਹੈਂਡੀਕੈਪ ਆ। ਮੇ ਵੀ ਉਹਨੂੰ ਇਹ ਲੱਗਦਾ ਹੋਊਗਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਦਿੱਲੀ ਦਰਬਾਰ ਦੇ ਨਾਲ ਟੱਕਰ ਲਈ ਆ, ਤੇ ਦਿੱਲੀ ਦਰਬਾਰ ਦੀ ਇਹ ਬਹੁਤ ਲੰਮਾ ਸਮਾਂ ਜਿਹੜੀ ਆ ਨਾ, ਉਹ ਜਿਹੜੀ ਹੁੰਦੀ ਆ ਉਹਨਾਂ ਦੀ ਅਧੀਨਗੀ ਜਿਹੜੀ ਉਹ ਨਹੀਂ ਚਾਹੁੰਦੇ। ਉਹਨੂੰ ਲੱਗਦਾ ਸੀ ਵੀ ਇਹਨਾਂ ਨੇ ਪਹਿਲਾਂ ਆਟੋਨਮਸ ਹੋ ਜਾਣਾ। ਸ਼ਾਇਦ ਇਹ ਗੱਲ ਉਹਨੇ ਹੁਣ ਵੀ ਪਾ ਲਈ ਹੈ, ਇਸੇ ਕਰਕੇ ਉਹ ਜ਼ਿਆਦਾ ਜ਼ੋਰ ਉਹਦਾ ਇਸ ਵੇਲੇ ਉੱਤਰਾਖੰਡ ਦੇ ਵਿੱਚ ਵਾ, ਤੇ ਉੱਤਰਾਖੰਡ ਨੂੰ ਥੋੜਾ ਜਿਹਾ ਕਹਿੰਦਾ ਵੀ ਹਿੰਦੂਆਂ ਦਾ ਤੀਰਥ ਸਥਾਨ ਵੀ ਬਣਾਉਣਾ ਹੈ। ਚਲੋ ਇਹ ਤੁਹਾਡੀ ਇਹ ਗੱਲ ਰਹੀ, ਉਹਦੇ ਨਾਲ ਹੋਰ ਆ। ਹੁਣ ਜਿਹੜਾ ਤੁਹਾਡਾ ਚਰਨਜੀਤ ਸਿੰਘ ਚੰਨੀ ਦਾ ਪਹਿਲਾ ਸੰਕਟ ਜਿਹੜਾ ਉਹ ਅਜੇ ਕਾਇਮ ਆ। ਕੇਜਰੀਵਾਲ ਅਜੇ ਵੀ ਦਿੱਲੀ ਦੇ ਜਿਹੜੇ ਇੱਥੇ ਤਾਂ ਖੈਰੇ ਹੋਣੀ ਕਹਿੰਦੇ ਹੁੰਦੇ ਸੀ ਦਿੱਲੀ ਦੇ ਸੂਬੇਦਾਰ ਆ। ਪਹਿਲਾਂ ਦੋ ਬੰਦੇ ਸੰਜੇ ਸਿੰਘ ਔਰ ਦੁਰਗੇਸ਼ ਪਾਠਕ ਦਾ ਬੜਾ ਜ਼ਿਕਰ ਹੁੰਦਾ ਰਿਹਾ। ਐਤਕੀ ਵੀ ਦਿੱਲੀ ਵਾਲੇ ਬੈਠੇ ਆ। ਇਸ ਵਾਰੀ ਰਾਘਵ ਚੱਡਾ ਪ੍ਰੈਸ ਕਾਨਫਰੰਸ ਵੀ ਆਪ ਕਰਦੇ ਆ, ਪ੍ਰੋਗਰਾਮ ਵੀ ਆਪ ਦਿੰਦੇ ਆ, ਡਿਕਟੇਟ ਵੀ ਆਪ ਕਰਦੇ ਆ। ਬਹੁਤ ਸਾਰੇ ਲੋਕ ਅਜੇ ਵੀ ਜਿਹੜੇ ਦਿੱਲੀ ਦੇ ਇੱਥੋਂ ਇਹਨਾਂ ਨੂੰ ਚਲਾ ਰਹੇ, ਪੰਜਾਬ ਵਾਲਿਆਂ ਕੋਲ ਬਹੁਤ ਵੱਡੀ ਜ਼ਿੰਮੇਵਾਰੀ ਨਹੀਂ ਭਗਵੰਤ ਨੂੰ ਛੱਡ ਕੇ। ਮੈਂ ਇਹ ਫਿਰ ਉਹੀ ਗੱਲ, ਇੱਕ ਅੰਦਰੋਂ ਰਿਵੋਲਟ ਵੀ ਹੁੰਦਾ ਹੈ ਕਿ ਅਸੀਂ ਅਧੀਨਗੀ ਕਿਉਂ ਮੰਨੀਏ ਜੀ। ਸੋ ਜਿਹੜੀ ਗੱਲ ਹੁਣ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਆਉਣ ਨਾਲ ਕਾਂਗਰਸ ਕੋਈ ਬਹੁਤ ਵੱਡਾ ਲਾਭ ਲੈ ਰਹੀ, ਮੈਨੂੰ ਇਹ ਹੁਣ ਜਾਂਦੇ ਜਾਂਦੇ ਦੱਸਿਓ ਜ਼ਰਾ। ਨਹੀਂ, ਇਹ ਤਾਂ ਗੱਲ ਹੈਗੀ। ਇੱਕ ਤਾਂ ਗੱਲ ਹੈ ਕਾਂਗਰਸ ਦਾ ਇਹਨੂੰ ਮਾਸਟਰ ਸਟ੍ਰੋਕ ਇਸ ਕਰਕੇ ਨਹੀਂ, ਕਾਂਗਰਸ ਦਾ ਇੰਟਰਨਲ ਕ੍ਰਾਈਸਿਸ ਬਹੁਤ ਸੀਗਾ। ਇੱਕ ਤਾਂ ਗੱਲ ਹੈਗਾ ਵੇ ਆਊਟ ਨਹੀਂ ਸੀਗਾ, ਕਿਉਂਕਿ ਕਾਂਗਰਸ ਦੇ ਵਿੱਚ ਜਿਹੜੀ ਸੱਤਾ ਦੀ ਲੜਾਈ ਸੀ, ਖਾਸ ਕਰਕੇ ਨਵਜੋਤ ਸਿੰਘ ਸਿੱਧੂ ਸੀਗਾ ਜਾਂ ਉਹਦੇ ਅਗੇਂਸਟ ਜਿਹੜਾ ਅਮਰਿੰਦਰ ਸਿੰਘ ਨੂੰ ਪੋਸਟ ਕਰ ਰਿਹਾ ਸੀਗਾ ਜਾਂ ਜਾਖੜ ਸਾਹਿਬ ਸੀਗੇ, ਇਹ ਖਲਾਰਾ ਇੰਨਾ ਪੈ ਚੁੱਕਾ ਸੀਗਾ। ਇੱਕ ਤਾਂ ਕਾਂਗਰਸ ਨੇ ਬਹੁਤ ਸੇਫ ਗੇਮ ਖੇਡੀ, ਦੂਸਰੀ ਕਾਂਗਰਸ ਚਾਹੁੰਦੀ ਸੀ ਕਿ ਚੀਫ ਮਿਨਿਸਟਰ ਕੋਈ ਵੀ ਉਹਦੇ ਵਿੱਚੋਂ ਹੋਵੇ, ਆਪਣਾ ਮਾਲਵੇ ਦੇ ਵਿੱਚੋਂ ਹੋਵੇ। ਜਦੋਂ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਦਾ ਚੱਲਿਆ ਸੀਗਾ ਤੇ ਮੇਰੇ ਤੇ ਉਦੋਂ ਦਿਮਾਗ ਸੀ ਆਉਂਦਾ ਵੀ ਇਹ ਤਾਂ ਮਾਝੇ ਚੋਂ ਉਹ ਚੀਫ ਮਿਨਿਸਟਰ ਬਣਾ ਕੇ ਏਡੇ ਵੱਡੇ ਮਾਲਵੇ ਖੇਤਰ ਨੂੰ ਲਾਂਭੇ ਨਹੀਂ ਛੱਡ ਸਕਦੇ। ਤਾਂ ਚੰਨੀ ਸਾਹਿਬ ਜਿਹੜੇ ਹੈਗੇ ਸੀਗੇ, ਉਹ ਜਿਹੜੀ ਉਸ ਗੇਮ ਦੇ ਵਿੱਚੋਂ ਜਿਹੜੀ ਸਟਰਗਲ ਫਾਰ ਪਾਵਰ ਸੀਗੀ, ਉਹਦੇ ਵਿੱਚੋਂ ਉਹ ਜਿਹੜਾ ਇੱਕ ਸੇਫ ਕਾਂਗਰਸ ਨੇ ਗੇਮ ਜਿਹੜੀ ਆ ਉਹ ਖੇਡਣੀ ਸ਼ੁਰੂ ਕਰ ਦਿੱਤੀ, ਕਿਉਂਕਿ ਉਹਦੇ ਉੱਤੇ ਜਿਹੜਾ ਸੀਗਾ ਅਮਰਿੰਦਰ ਸਿੰਘ ਵੀ ਥੋੜਾ ਜਿਹਾ ਸੌਫਟ ਸੀਗੇ ਜਾਂ ਉਸ ਤਰੀਕੇ ਨਾਲ ਅਪੋਜ਼ ਨਹੀਂ ਕੀਤਾ। ਅਮਰਿੰਦਰ ਸਿੰਘ ਦਾ ਟਾਰਗੇਟ ਜਿਹੜੇ ਸੀ ਨਵਜੋਤ ਸਿੰਘ ਸਿੱਧੂ ਸੀਗੇ। ਹੁਣ ਤੁਹਾਡਾ ਇਹ ਆਇਆ ਸਵਾਲ ਕਿ ਇਹ ਜਿਹੜੀ ਖਾਸ ਕਰਕੇ ਗੇਮ ਖੇਡੀ, ਇਹ ਤਾਂ ਨਹੀਂ ਹੁੰਦਾ। ਮੈਂ ਇਹ ਪਹਿਲਾਂ ਆਪਣੇ ਉਹਦੇ ਵਿੱਚ ਵੀ ਲਿਖ ਚੁੱਕਿਆ ਕਿ ਮੈਂ ਲਿਖਿਆ ਵੀ ਸੀਗਾ ਉਹਦੇ ਵਿੱਚ, ਦਲਿਤ ਭਾਈਚਾਰਾ ਸਿਆਸਤ ਤੇ ਪੰਜਾਬ ਦੀਆਂ ਚੋਣਾਂ, ਪੰਜਾਬੀ ਟ੍ਰਿਬਿਊਨ ਦੇ ਵਿੱਚ। ਇਹਦੇ ਉੱਤੇ ਅੱਜ ਤੋਂ 2-3 ਮਹੀਨੇ ਮੇਰੇ ਖਿਆਲ ਜੂਨ ਦੇ ਵਿੱਚ ਮੈਂ ਇੱਕ ਡਿਟੇਲਡ ਇਹਦੇ ਉੱਤੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੇਖ ਲਿਖਿਆ ਸੀਗਾ ਕਿ ਉਹਦੇ ਵਿੱਚ ਇਹ ਸਾਰਾ ਜਿਹੜਾ ਸਿਸਟਮ ਸੀਗਾ ਉਹਨੂੰ ਐਕਸਪਲੇਨ ਕੀਤਾ ਸੀਗਾ। ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਦਲਿਤ ਭਾਈਚਾਰਾ ਵੀ ਸਾਡਾ ਉਦਾਂ ਹੀ ਵੰਡਿਆ ਵਾ ਜਿੱਦਾਂ ਅਸੀਂ ਵੰਡੇ ਹੋਏ ਹਾਂ। ਇਹ ਧਰਮਾਂ 'ਚ ਵੀ ਵੰਡਿਆ ਹੋਇਆ ਵਾ, ਇਹਨਾਂ 'ਚ ਸਬ ਕਾਸਟਾਂ ਵੀ ਹੈਗੀਆਂ। ਇਹ 39-40 ਜਿਹੜੀਆਂ ਸਬ ਕਾਸਟ ਹੈਗੀਆਂ ਵਾ। ਇਹਦੇ ਵਿੱਚ 2 ਡੋਮੀਨੈਂਟ ਕਾਸਟਾਂ ਖਾਸ ਕਰਕੇ ਮਾਝੇ ਤੇ ਜਿਹੜੀ ਦੁਆਬੇ ਵਾਲੀਆਂ ਹੈਗੀਆਂ ਉਹਦੇ ਵਿੱਚੋਂ ਹੈਗੀਆਂ। ਤਾਂ ਇਸ ਕਰਕੇ ਚੰਨੀ ਸਾਹਿਬ ਨੂੰ ਮੈਨੂੰ ਇਹ ਲੱਗਦਾ ਹੈ ਕਿ ਦਲਿਤ ਹੋਣ ਨਾਲੋਂ ਆਪਾਂ ਐਜ਼ ਏ ਨਾਰਮਲ ਹਿਊਮਨ ਬੀਇੰਗ ਦੇਖਿਆ ਜਾਵੇ
ਜਾਂ ਜਿਹੜਾ ਪਿਛਲੇ ਸਮੇਂ ਤੋਂ ਜਿਸ ਕਿਸਮ ਦੇ ਉਹਨਾਂ ਦਾ ਰਿਸਪੌਂਸ ਆਇਆ ਵਾ, ਜਾਂ ਜਿਸ ਤਰੀਕੇ ਦੇ ਨਾਲ ਉਹ ਜਿਹੜਾ ਵਿਚਰ ਰਹੇ ਆ, ਮੈਨੂੰ ਲੱਗਦਾ ਕਿ ਉਹ ਉਹਨਾਂ ਦੀ ਕਾਸਟ ਆਇਡੈਂਟੀਟੀ ਨਾਲੋਂ ਜਿਹੜੀ ਉਹਨਾਂ ਦੀ ਅਦਰਵਾਈਜ਼ ਜਿਹੜੀ ਹੈਗੀ ਆ ਐਜ਼ ਏ ਕਾਮਨ ਮੈਨ ਚੀਫ ਮਿਨਿਸਟਰ ਜਿਹੜਾ ਹੈਗਾ, ਲੇਮੈਨ ਚੀਫ ਮਿਨਿਸਟਰ ਆ, ਮੈਨੂੰ ਲੱਗਦਾ ਵੀ ਉਹ ਜ਼ਿਆਦਾ ਪੇਇੰਗ ਹੋਊਗਾ ਔਰ ਜ਼ਿਆਦਾ ਜਿਹੜਾ ਹੈਗਾ ਉਹ ਵਰਕੇਬਲ ਹੈਗਾ। ਕਿਉਂਕਿ ਕਾਸਟ ਦੇ ਬੇਸਿਸ ਦੇ ਉੱਤੇ ਕਦੀ ਵੀ ਦਲਿਤ ਭਾਈਚਾਰੇ ਨੇ ਇੱਕ ਜਿਹੜੀ ਹੈਗੀ ਆ ਪਾਰਟੀ ਨੂੰ ਵੋਟ ਨਹੀਂ ਪਾਈ। ਤੁਸੀਂ ਪੁਰਾਣਾ ਇਤਿਹਾਸ ਕੱਢ ਕੇ ਵੇਖ ਲਓ, ਇਹ ਵੰਡੀ ਹੁੰਦੀ ਹਮੇਸ਼ਾ। ਕਾਂਗਰਸੀ ਵੰਡੀ ਹੁੰਦੀ ਆ, ਅਕਾਲੀਆਂ ਦੀ ਵੰਡੀ ਹੁੰਦੀ ਆ, BSP ਦੀ ਵੰਡੀ ਹੁੰਦੀ ਆ, BJP ਵੰਡੀ 'ਚ ਹੁੰਦੀ ਆ, ਕਿਸੇ ਸਮੇਂ ਦੇ ਵਿੱਚ ਕਮਿਊਨਿਸਟਾਂ ਦੇ ਵਿੱਚ ਵੀ ਵੰਡੀ ਹੁੰਦੀ ਸੀਗੀ। ਤਾਂ ਇਸ ਕਰਕੇ ਚੰਨੀ ਸਾਹਿਬ ਨੂੰ ਇਸ ਤਰੀਕੇ ਨਾਲ ਨਾ ਦੇਖਿਆ ਜਾਵੇ ਕਿ ਉਹ ਇੱਕ ਇਸ ਪਾਰਟੀਕੂਲਰ ਜਿਹੜੀ ਕਾਸਟ ਜਾਂ ਪਾਰਟੀਕੂਲਰ ਭਾਈਚਾਰੇ ਦੀ ਵਜ੍ਹਾ ਕਰਕੇ ਕਾਂਗਰਸ ਨੂੰ ਬਹੁਤ ਫਾਇਦਾ ਹੋਊਗਾ। ਇਹੋ ਜਿਹੇ ਫਾਇਦੇ ਕਦੀ ਨਹੀਂ ਹੁੰਦੇ। ਮੈਂ ਵੀ ਲਿਖਿਆ ਸੀ ਕਿ ਰਜਿੰਦਰ ਕੌਰ ਭੱਠਲ ਨੂੰ ਜਦੋਂ 2 ਮਹੀਨੇ ਪਹਿਲਾਂ ਬਣਾਇਆ, 3 ਮਹੀਨੇ, ਤੇ ਕਾਂਗਰਸ ਨੇ ਪ੍ਰਚਾਰ ਕੀਤਾ ਸੀਗਾ ਕਿ 50% ਔਰਤਾਂ ਹੈਗੀਆਂ, ਅਸੀਂ ਬੀਬੀ ਭੱਠਲ ਨੂੰ ਚੀਫ ਮਿਨਿਸਟਰ ਬਣਾਤਾ, ਸਾਡੀ ਜਿੱਤ ਹੋ ਜੂਗੀ। ਚੰਨੀ ਸਾਹਿਬ ਨੇ ਜੇ ਜਿੱਤਣਾ, ਕਾਂਗਰਸ ਦਾ ਐਡਵਾਂਟੇਜ ਇਸ ਵੇਲੇ ਲੱਗਦਾ ਹੈ, ਇਸ ਕਰਕੇ ਲੱਗਦਾ ਹੈ ਕਿ ਦੂਸਰੇ ਬਹੁਤ ਵੀਕ ਹੈ। ਅਕਾਲੀ ਦਲ ਅਜੇ ਉੱਪਰ ਨਹੀਂ ਸਕਿਆ। ਲੋਕਾਂ ਦੀਆਂ ਜਿਹੜੀਆਂ ਸੋਚਾਂ ਦੇ ਵਿੱਚ, ਨਜ਼ਰਾਂ ਦੇ ਵਿੱਚ ਅਕਾਲੀ ਲੀਡਰਸ਼ਿਪ ਜਿਹੜੀ ਆ ਉਹ ਨਹੀਂ ਉੱਠ ਸਕੀ, ਔਰ ਖਾਸ ਕਰਕੇ ਹੁਣ ਉਹਨਾਂ ਨੂੰ ਕਿਸਾਨਾਂ ਦਾ ਬਹੁਤ ਵੱਡਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਉਹਦਾ ਕਾਰਨ ਬਹੁਤ ਹੈ। ਅਕਾਲੀ ਦਲ ਇਸ ਕਰਕੇ ਡਿਫੈਂਸਿਵ ਆ ਕਿ ਰਿਜ਼ਾਈਨ ਕਰਨ ਤੱਕ ਉਹਨਾਂ ਨੇ ਇਹ ਬਿੱਲਾਂ ਵਾਲੇ ਪਾਸੇ ਵਾਲੇ ਵੀ ਰਹੇ। ਲੋਕੀ ਇਹ ਵੀ ਜਾਣਦੇ ਆ ਵੀ ਜਿਹੜੀ ਪ੍ਰੈਜ਼ੈਂਟ ਡੇ ਅਕਾਲੀ ਲੀਡਰਸ਼ਿਪ ਹੈਗੀ ਆ, ਇਹਦੀ ਕ੍ਰੈਡੀਬਿਲਿਟੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਨਹੀਂ ਬਣ ਰਹੀ, ਜਾਂ ਇਹਨਾਂ ਦਾ ਜੋ ਪਿਛਲੇ 10 ਸਾਲਾਂ ਦੇ ਵਿੱਚ ਜੋ ਇਹਨਾਂ ਨੇ ਪੰਜਾਬੀ 'ਚ ਕਹਿ ਦਈਏ ਚੰਮਦੀਆਂ ਚਲਾਈਆਂ ਸੀਗੀਆਂ, ਜਾਂ ਜਿੱਦਾਂ ਇਹ ਲਾਰਜਰ ਦੈਨ ਸਾਈਜ਼ ਇਹਨਾਂ ਨੇ ਰੋਲ ਪਲੇ ਕੀਤਾ ਸੀ, ਲੋਕੀ ਅਜੇ ਨਹੀਂ ਭੁੱਲੇ। ਇਸੇ ਕਰਕੇ ਤੀਸਰੇ ਨੰਬਰ ਤੇ ਵਾਕਿਆ ਤੀਸਰੇ ਨੰਬਰ ਤੇ ਬੈਠੀ ਅਜੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ। ਇਸ ਕਰਕੇ ਕਾਸਟ ਕੰਬੀਨੇਸ਼ਨ ਦੇ ਨਾਲ ਮੁੱਦੇ ਫਿਰ ਆਉਣੇ ਆ ਕਿ ਕਿਹੜੇ ਮੁੱਦੇ ਜਿਹੜੇ ਹੈਗੇ ਆ ਉਹ ਇੰਪੋਰਟੈਂਟ ਹੈਗੇ ਆ। ਔਰ ਮੁੱਦੇ, ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਵਾ, ਤੁਸੀਂ ਪੁਰਾਣਾ ਜਿਹੜਾ ਹੈਗਾ ਜਿੱਦਾਂ ਕਹਿੰਦੇ ਆ ਸਟੱਡੀਆਂ ਚੁੱਕ ਕੇ ਦੇਖ ਲਓ, ਮੁੱਦੇ ਲੋਕਾਂ ਦੇ ਰੋਜ਼ਮਰਾ ਜ਼ਿੰਦਗੀ ਵਾਲੇ ਹੈ। ਲੋਕਾਂ ਦਾ ਰੁਜ਼ਗਾਰ ਦਾ ਮੁੱਦਾ ਹੈ, ਕਰਪਸ਼ਨ ਦਾ ਮੁੱਦਾ ਹੈ, ਆ ਰੇਤ ਬਜਰੀ ਜਿਹੜੇ ਇਹ ਸਾਰੇ ਮੁੱਦੇ ਜਿਹੜੇ ਆ, ਲਾ ਐਂਡ ਆਰਡਰ ਦਾ ਮੁੱਦਾ ਹੈ, ਨਸ਼ਿਆਂ ਦਾ ਮੁੱਦਾ ਹੈ, ਪੁਲਿਸ ਦਾ ਜਿਹੜਾ ਸਾਰਾ ਮੁੱਦਾ ਹੈ, ਮੁੱਦੇ ਇਹ ਰਹਿਣੇ ਆ। ਤੇ ਮੈਨੂੰ ਇਹ ਲੱਗਦਾ ਵੀ ਚਰਨਜੀਤ ਸਿੰਘ ਚੰਨੀ ਜੇ 2-3 ਮਹੀਨੇ, ਕਿਉਂਕਿ ਹੌਲੀ ਹੌਲੀ ਅਸਰਟ ਕਰਨਾ ਸ਼ੁਰੂ ਕਰ ਦਿੱਤਾ, ਔਰ ਇਹ ਸਾਰੇ ਪ੍ਰੋਸੈਸ ਦੇ ਵਿੱਚ ਕਾਂਗਰਸ ਨੇ two birds with one stone, ਇੱਕ ਤਾਂ ਹਰਿਆਣੇ ਦੇ ਵਿੱਚ ਬਹੁਤ ਵੱਡਾ ਸਿਗਨਲ ਦੇ ਦਿੱਤਾ ਕਿ ਕਿਉਂਕਿ ਹਰਿਆਣੇ ਦੀ ਜਿਹੜੀ ਹੈਗੀ ਪ੍ਰਧਾਨ ਹੈਗੀ ਕਾਂਗਰਸ ਪਾਰਟੀ ਦੀ, ਉਹ ਵੀ ਇਸੇ ਭਾਈਚਾਰੇ ਨੂੰ ਬਿਲੋਂਗ ਕਰਦੀ ਆ। ਇਹ ਤੋਂ ਪਹਿਲਾਂ ਇੱਕ ਤਨਵਰ ਸਾਹਿਬ ਹੁੰਦੇ ਸੀਗੇ ਜਿਹਨੂੰ ਹੁੱਡਾ ਸਾਹਿਬ ਨੇ ਲਾ ਕੇ ਲੰਬੇ ਮਾਰਿਆ ਸੀਗਾ 4-5 ਸਾਲ ਯੂਜ਼ ਕਰਕੇ। ਮੈਨੂੰ ਇਹ ਲੱਗਦਾ ਕਿ ਕਾਂਗਰਸ ਪਾਰਟੀ ਨੇ ਦੇਸ਼ ਦੇ ਵਿੱਚ ਰੂਲ ਕੀਤਾ ਸੀਗਾ 2 ਮੇਜਰ ਕਮਿਊਨਿਟੀ ਦੀ ਸਪੋਰਟ ਦੇ ਨਾਲ, ਇੱਕ ਮਾਈਨੋਰਿਟੀ ਸੀ, ਇੱਕ ਦਲਿਤ ਭਾਈਚਾਰਾ ਸੀਗਾ। ਜਦੋਂ ਇਹ ਮਾਈਨੋਰਿਟੀਜ਼ ਤੇ ਦਲਿਤ ਭਾਈਚਾਰਾ 80 ਤੋਂ ਬਾਅਦ ਕਾਂਗਰਸ ਤੋਂ ਵਿਖਰਨਾ ਸ਼ੁਰੂ ਹੋ ਗਿਆ, ਕਾਂਗਰਸ ਦਾ ਡਿਕਲਾਈਨ ਸ਼ੁਰੂ ਹੋ ਗਿਆ। ਜੇ ਤਾਂ ਕਾਂਗਰਸ ਇਹਨੂੰ ਇੱਕ ਇਹ ਪੁਆਇੰਟ ਲੈ ਕੇ ਚੱਲਦੀ ਆ ਕਿ ਸਾਡਾ ਮਾਸਟਰ ਸਟ੍ਰੋਕ ਵੀ ਹੋ ਸਕਦਾ, ਇੱਕ ਵਾਇਸ ਇੱਕ ਰਾਈਜ਼ ਉਹ ਵੀ ਹੋ ਸਕਦਾ, ਇੱਕ ਸਿਆਣਾ ਉਹ ਵੀ ਹੋ ਸਕਦਾ, ਇੱਕ ਜਿਹੜੀ ਉਹਨੂੰ ਕਹਿ ਸਕਦੇ ਆ ਆਪਾਂ ਸੋਸ਼ਲ ਜਸਟਿਸ ਵੀ ਹੋ ਸਕਦਾ। ਕਿਉਂਕਿ ਚੰਨੀ ਸਾਹਿਬ ਬਹੁਤ ਸਾਰਿਆਂ ਨੂੰ ਜ਼ਿਆਦਾ ਪੜ੍ਹੇ ਲਿਖੇ ਆ, ਉਹ ਲਾਅ ਵੀ ਕੀਤੀ ਆ ਉਹਨਾਂ ਨੇ, ਹੋਰ ਵੀ ਕੰਮ ਕੀਤਾ। ਸਨ ਆਫ ਦਾ ਸੋਇਲ ਆ, ਸਾਨੂੰ ਚਾਹੀਦਾ। ਪੰਜਾਬ ਦੇ ਲੋਕੀ ਕੀ ਚਾਹੁੰਦੇ ਆ ਕਿ ਸਾਨੂੰ ਇਹਨਾਂ ਦਾ ਬੰਦਾ ਚਾਹੀਦਾ ਕਿ ਜਿਹਦਾ ਵਰਤਾਰਾ ਆਮ ਲੋਕਾਂ ਵਰਗਾ ਹੋਵੇ। ਤੇ ਮੇਰਾ ਖਿਆਲ ਹੈ ਵੀ ਉਹਨੂੰ ਉਹਦੀ ਜਾਤ ਨਾਲ ਜਾਂ ਹੋਰ ਚੀਜ਼ਾਂ ਨੂੰ ਜੋੜਨ ਦੇ ਮੁਕਾਬਲੇ ਜੇ ਚੰਨੀ ਨੂੰ ਐਜ਼ ਏ MLA ਦੇ ਤੌਰ ਦੇ ਉੱਤੇ ਜਾਂ ਐਜ਼ ਏ ਮੁੱਖ ਮੰਤਰੀ ਦੇ ਤੌਰ ਦੇ ਉੱਤੇ, ਐਜ਼ ਐਨ ਐਕਟਿਵਿਸਟ ਦੇ ਤੌਰ ਦੇ ਉੱਤੇ, ਯੰਗ ਲੀਡਰ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਤੇ ਉਹ ਮੇਰੇ ਖਿਆਲ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜ਼ਿਆਦਾ ਅਪੀਲ ਕਰੂਗਾ। ਇਹ 'ਚ ਕੋਈ ਸ਼ੱਕ ਨਹੀਂ, ਇੱਕ ਹਿਊਮਨ ਬੀਇੰਗ ਦੇ ਤੌਰ ਤੇ ਇੱਕ ਬਿਹਤਰ ਜੈਸਚਰ ਦਿਖਾਇਆ, ਔਰ ਉਹ ਜੈਸਚਰ ਚੰਗਾ ਹੁੰਦਾ। ਬੰਦਾ ਜਿਹੜਾ ਉਹਦੇ ਦਿਮਾਗ ਨੂੰ ਨਾ ਚੜੇ, ਜੋ ਭੰਗੜਾ ਵੀ ਪਾ ਲੈਂਦਾ ਹੈ, ਜੋ ਕਿਸੇ ਨੂੰ ਜੱਫੀ 'ਚ ਵੀ ਲੈ ਲੈਂਦਾ, ਜੇ ਉਹਦੀ ਗੱਲ ਵੀ ਸੁਣ ਲੈਂਦਾ, ਜੋ ਪੱਤਰਕਾਰਾਂ ਨਾਲ ਬੜੇ ਸਹਿਜ ਮਾਹੌਲ 'ਚ ਗੱਲ ਕਰ ਸਕਦਾ, ਤੇ ਇਹਦਾ ਮਤਲਬ ਹੈ ਕਿ ਲੋਕ ਇਹ ਚਾਹੁੰਦੇ ਆ ਦੇਰ ਤੋਂ। ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਤੌਰ ਤਰੀਕਾ ਸੀ, ਉਹ ਮੁੱਖ ਮੰਤਰੀ ਨੂੰ ਕੋਈ ਬਹੁਤ ਦੂਰ ਦੀ ਕੌਡੀ ਵਜੋਂ ਪੇਸ਼ ਕੀਤਾ ਜਾ ਰਿਹਾ ਸੀ। ਪੰਜਾਬ ਦੇ ਵਿੱਚ ਇੰਝ ਲੱਗਦਾ ਸੀ ਅਵੇਲੇਬਲ ਹੀ ਕੋਈ ਨਹੀਂ, ਮੁੱਖ ਮੰਤਰੀ ਤਾਂ ਬਹੁਤ ਵੱਡਾ ਹੁੰਦਾ, ਲੇਕਿਨ ਲੋਕ ਸਮਝਦੇ ਆ ਕਿ ਮੁੱਖ ਮੰਤਰੀ ਉਹਨਾਂ ਦੇ ਵਿੱਚੋਂ ਹੋਵੇ ਤੇ ਉਹਨਾਂ ਨੂੰ ਸਮਝਦਾ ਹੋਵੇ। ਇਹ ਫਾਇਦਾ ਮਿਲਿਆ ਕਾਂਗਰਸ ਨੂੰ। ਅਗਲੇ ਦਿਨਾਂ 'ਚ ਜੇ ਉਹ ਮੁੱਦੇ ਐਡਰੈਸ ਨਹੀਂ ਕਰਦੇ ਤਾਂ ਮੁਸ਼ਕਲ ਹੋਊਗੀ। ਲੇਕਿਨ ਜੇ ਜੀ ਮੈਂ ਇਹ ਕਹਿਣਾ ਚਾਹੁੰਦਾ, ਜਿਹੜੀ ਮਨੋਵਿਗਿਆਨਕ ਜਦੋਂ ਵੋਟ ਪਾਉਣ ਜਾਂਦੇ ਨਾ ਤੁਸੀਂ, ਅਸੀਂ ਲੋਕਾਂ ਦਾ ਜਦੋਂ ਮਨੋਵਿਗਿਆਨਕ ਤੁਸੀਂ ਐਨਾਲਿਸਿਸ ਕਰੋ, ਜਦੋਂ ਵੋਟ ਪਾਉਣ ਲੱਗਿਆ ਕੀ ਸੋਚਦੇ ਹੋ, ਜੇ ਇਹੋ ਜਿਹੇ ਤੁਹਾਡੇ ਜੈਸਚਰ ਤੇ ਐਕਸ਼ਨ ਲੋਕਾਂ ਦੀ ਇਮੈਜੀਨੇਸ਼ਨ ਦਾ ਹਿੱਸਾ ਬਣ ਜਾਂਦੇ ਆ ਤੇ ਉਸ ਪਾਰਟੀ ਨੂੰ ਉਹਦੇ ਲੀਡਰ ਦੀ, ਕਿਉਂਕਿ ਲੀਡਰ ਹੈ ਪਾਰਟੀ ਤੋਂ ਬਾਅਦ ਲੀਡਰ ਹੈ, ਉਹਦਾ ਐਡਵਾਂਟੇਜ ਮਿਲਦਾ। ਇਹਨਾਂ ਕੋਲ ਸਮਾਂ ਬਹੁਤ ਥੋੜਾ। ਜੇ ਇਸ ਸਮੇਂ ਦੇ ਵਿੱਚ ਜੋ ਕੁਝ ਕਰਨਾ ਸ਼ੁਰੂ ਕਰ ਦਿੱਤਾ, ਜਿੱਦਾਂ ਹੁਣ ਬੱਸਾਂ ਵਾਲਾ ਬਹੁਤ ਵੱਡਾ ਲੋਕਾਂ ਦੇ ਮਨਾਂ ਦੇ ਵਿੱਚ ਸੀਗਾ, ਭਾਵੇਂ ਟੋਕਨ ਦੇ ਤੌਰ ਦੇ ਉੱਤੇ ਆ, ਇਹਨਾਂ ਕੋਲ 2-3 ਮਹੀਨੇ ਹੈਗੇ ਆ। 2-3 ਮਹੀਨਿਆਂ 'ਚ ਬਹੁਤਾ ਕੁਝ ਕਰ ਨਹੀਂ ਸਕਦੇ ਕਿਉਂਕਿ ਢਾਂਚਾਗਤ ਸਮੱਸਿਆ ਹੈਗੀਆਂ। ਜੇ ਇਹ ਇਮੇਜ ਦੇਣ ਤੱਕ ਕਾਮਯਾਬ ਹੋ ਜਾਂਦੇ ਆ
ਕਿ ਅਸੀਂ ਕੁਝ ਕਰਨਾ ਚਾਹੁੰਦੇ ਆ, ਸਾਨੂੰ ਮੌਕਾ ਦਿੱਤਾ ਜਾਵੇ, ਜਾਂ ਆਪਣਾ ਸਾਰੀ ਜਿਹੜੀ ਪੁਰਾਣੀ ਜਿਹੜੀ ਨਾਕਾਮਯਾਬੀ ਆ ਕੈਪਟਨ ਅਮਰਿੰਦਰ ਸਿੰਘ ਦੇ ਗੱਲ ਵੀ ਪੈ ਜਾਊਗੀ। ਤੇ ਇਹਨਾਂ ਨੂੰ ਮੇਰੇ ਖਿਆਲ ਲੱਗਦਾ ਵੀ ਇਹ ਮਨੋਵਿਗਿਆਨਕ ਤੌਰ ਦੇ ਉੱਤੇ ਲੋਕਾਂ ਦੀ ਸੋਚ ਦਾ ਕਿਤੇ ਨਾ ਕਿਤੇ ਨੇੜੇ ਤੇੜੇ ਪਹੁੰਚਣ ਦਾ ਹਿੱਸਾ ਬਣ ਸਕਦਾ ਹੈ। ਇਹਨਾਂ ਦੀ ਐਕਟੀਵਿਟੀ ਜਿਨ੍ਹਾਂ ਨੇ ਬਹੁਤ ਵੱਡੀ ਕੋਈ ਹੋਰ ਖੁਰਾਪਾਤੀ ਨਾ ਕੀਤੀ ਜਾਂ ਬਹੁਤ ਵੱਡੀ ਹੋਰ ਕੋਈ ਗਲਤੀ ਨਾ ਕੀਤੀ। ਤੁਸੀਂ ਠੀਕ ਕਹੋ, ਪਰ ਜਿਹੜਾ ਘੱਟ ਸਮਾਂ ਨੁਕਸਾਨ ਨਾਲੋਂ ਫਾਇਦਾ ਵੱਧ ਦੇ ਸਕਦਾ, ਕਿਉਂਕਿ 2 ਮਹੀਨਿਆਂ ਦੇ ਵਿੱਚ ਕਿਸੇ ਨੇ ਇਹ ਨਹੀਂ ਪੁੱਛਣਾ ਵੀ ਇਹਦੇ ਰਿਜ਼ਲਟ ਕੀ ਹੋਏ ਸਾਲ ਬਾਅਦ 2 ਸਾਲ ਬਾਅਦ। ਜੋ ਠਾ ਕਰ ਸਕਦੇ ਆ ਉਹਦੇ ਵਿੱਚ ਬਹੁਤ ਫੈਸਲੇ ਲੈ ਸਕਦੇ ਆ, ਪਰ ਉਹ ਲੈਣਗੇ ਉਦੋਂ ਜੇ ਆਪਣੀ ਅੰਦਰਲੀ ਲੜਾਈ ਬੰਦ ਕਰ ਦੇਣਗੇ। ਇਹ ਨਾ ਹੋਵੇ ਵੀ ਇੱਕ ਨੇ ਲੱਤ ਫੜੀ, ਦੂਜੇ ਨੇ ਬਾਹ ਫੜੀ, ਤੀਜੇ ਨੇ ਰੋਜ਼ ਅਸਤੀਫਿਆਂ ਦੀ ਗੱਲ ਹੀ ਤੁਰੀ ਫਿਰਦੀ ਆ। ਇੱਕ ਬਹੁਤ ਅਹਿਮ ਸਵਾਲ ਰਹਿ ਗਿਆ ਜਿਹਨੂੰ ਅਗਲੀ ਵਾਰ ਚ ਨਜਿੱਠਾਂਗੇ ਕਿ ਕੀ ਸੁਖਬੀਰ ਸਿੰਘ ਬਾਦਲ ਕਿਸਾਨੀ ਰੋਕਣ ਦੇ ਬਾਵਜੂਦ, ਕਿਸਾਨੀਆਂ ਨੇ ਫੈਸਲਾ ਕੀਤਾ ਸੀ ਵੀ ਤੁਸੀਂ ਪੋਲੀਟੀਕਲ ਸਰਗਰਮੀਆਂ ਤੇਜ਼ੀ ਨਾਲ ਨਾ ਕਰੋ, ਲੇਕਿਨ ਸੁਖਬੀਰ ਸਿੰਘ ਬਾਦਲ ਫਿਰ ਹਲਕਿਆਂ 'ਚ ਵਿਚਰ ਰਿਹਾ। ਔਰ ਅੱਜ ਰਾਜੇਵਾਲ ਦਾ ਇੱਕ ਵੱਡਾ ਬਿਆਨ ਸੀ, ਕੱਲ ਉਹਨਾਂ ਨੇ ਕਿਸੇ ਸੱਥ ਵਿੱਚ ਦਿੱਤਾ ਸੀ ਕਿ ਇਹ ਤਾਂ ਬੀਜੇਪੀ ਦੇ ਇਸ਼ਾਰੇ ਤੇ ਕਰ ਰਹੇ ਆ ਸੁਖਬੀਰ ਸਿੰਘ ਬਾਦਲ। ਖੈਰ, ਇਹ ਅਗਲੇ ਦਿਨਾਂ ਦੇ ਵਿੱਚ ਕਾਫੀ ਮਸਲੇ ਭਖਣ ਦੀ ਸੰਭਾਵਨਾ ਹੈ। ਪ੍ਰੋਫੈਸਰ ਸਾਹਿਬ, ਬਹੁਤ ਮਿਹਰਬਾਨੀ, ਤੁਸੀਂ ਆਪਣੀ ਕੰਮ ਵਾਲੀ ਜਗ੍ਹਾ ਤੇ ਬੈਠੇ ਹੋ, ਤੁਹਾਨੂੰ ਤਕਲੀਫ ਦੇ ਲਈ ਦੀ ਆ, ਮੁਹੱਬਤੀ ਇਨਸਾਨ ਨੂੰ ਬਹੁਤ ਮਿਹਰਬਾਨੀ। ਥੈਂਕ ਯੂ।